वाहेगुरु जी सतनाम जी वाहेगुरु जी सतनाम जी वाहेगुरु जी सतनाम। बोलिए जगतगुरु भगवान श्री चंद्र महाराज की जय। आओ अज तुहानूं दर्शन करवाने आ डेरा इमामगढ़ जिला मलेरकोटला, जिथे बाबा शंकरानंद महाराज जी की सालाना बरसी बहुत ही शरधा नाल मनाई गई। अस्थान के मौजूदा गद्दी नशीन महंत हरपाल दास जी समूह नगर निवासी इलाके दी संगतां देश विदेश दी संगतां दे सहयोग नाल करवाए गए समागमां मौके आरंभे पाठां दे भोग पाए गए। ਵੱਖ-ਵੱਖ कीर्तनी जत्थियां ने लंबा समा कीर्तन कर संगतां नूं निहाल कीता। एक रिपोर्ट। वाहेगुरु जी सतनाम 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 जी वाहेगुरु 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 जी सतनाम जी 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 वाहेगुरु जी जी महाराज की सालाना बरसी सी, जिस दे संबंध में भाई निर्मल सिंह जी हिमाचल के इमामगढ़ तो जिन्होंने हर साल ये सेवा ली हुई है, सहज पाठ की सेवा। सो परिवार बड़िया भागा वाला है भाई। सो सारिया संगतां नूं बेनती है भाई होना देना वरतणगियां, उस तो उपरंत गुरु के लंगर छक के जिन्होंने कभी सत्संग सुनना होगा वो बह सकते हैं। बाकी अपने घरों आराम नाल चाले पाने ने, किसी ने शोर नहीं करना, किसी ने शराबा नहीं करना, क्योंकि सारे सत्संगी जन सारे कवि लोग पहुंच चुके हैं। असीं थोड़ा जिहा लेट भी हाँ,
ਪਰ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਅਸੀਂ 10 ਵਜੇ ਸਾਡੀ ਜੇ ਪ੍ਰਧਾਨਗੀ ਮੰਡਲ ਦੇ ਪਤਵੰਤੇ ਸੱਜਣ ਪਹੁੰਚਦੇ ਨੇ ਤਾਂ ਅਸੀਂ ਕਾਲ ਸਾਸਾ ਕਰਨਾ ਸ਼ੁਰੂ ਕਰ ਸਕੀਏ, ਕਿਉਂਕਿ ਅੱਜ ਦੇ ਦਿਨ ਸਾਲਾਨਾ ਕਵੀ ਦਰਬਾਰ ਇਸ ਸਥਾਨ ਦੇ ਉੱਤੇ ਹੁੰਦਾ ਹੈ। ਸੋ ਅਗਲੀ ਬੇਨਤੀ ਜੋ ਅਸੀਂ ਸੰਗਤ ਨੂੰ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਧੰਨ ਧੰਨ ਸਵਾਮੀ ਬਾਬਾ ਰਾਮਾਨੰਦ ਜੀ ਮਹਾਰਾਜ ਜੀ ਦੀ ਸਾਲਾਨਾ ਵਾਚੀ ਨੂੰ ਮੁੱਖ ਰੱਖਦਿਆਂ ਹੋਇਆਂ 2 ਜੂਨ ਤੋਂ ਲੈ ਕੇ 9 ਜੂਨ ਤੱਕ ਰਾਤਰੀ ਦੇ ਦੀਵਾਨ ਹਰ ਸਾਲ ਸੱਜਦੇ ਸੀ, ਪਰ ਕਰੋਨਾ ਕਰਕੇ ਆਪਾਂ 2 ਸਾਲ ਇਹ ਲਾਹਾ ਨਹੀਂ ਲੈ ਸਕੇ। ਪਰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਭਾਈ ਸਾਰੀਆਂ ਸੰਗਤਾਂ ਨੇ, ਖਾਸ ਕਰ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੇਵਾਵਾਂ ਜਿਨ੍ਹਾਂ ਜਿਨ੍ਹਾਂ ਨੂੰ ਮਿਲੀਆਂ ਹੋਈਆਂ ਨੇ ਉਹਨਾਂ ਦੇ ਸਮੇਂ ਦੇ ਨਾਲ ਪਹੁੰਚ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਨੇ, ਬੱਚਿਆਂ ਦੀਆਂ ਸੇਵਾਵਾਂ ਜਿਵੇਂ ਸਟੇਜ ਤਿਆਰ ਕਰਨੀਆਂ, ਹੋਰ ਪ੍ਰਬੰਧ ਕਰਨੇ ਨੇ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਸਮੇਂ ਨਾਲ ਪਹੁੰਚਣਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਉਤਸ਼ਾਹਿਤ ਕਰਕੇ ਕੀਰਤਨਾਂ ਦੇ ਵਿੱਚ, ਦੀਵਾਨਾਂ ਦੇ ਵਿੱਚ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਫਿਰ ਬੇਨਤੀ ਹੈ ਕਿ 2 ਜੂਨ ਤੋਂ ਲੈ ਕੇ 9 ਜੂਨ ਤੱਕ ਰਾਤਰੀ ਦੇ ਦੀਵਾਨ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ, ਜਿਸ ਵਿੱਚ ਅਨੇਕਾਂ ਹੀ ਸੰਪਰਦਾਵਾਂ ਦੇ ਮਹਾਂਪੁਰਸ਼ ਪਹੁੰਚ ਰਹੇ ਨੇ ਜੋ ਆਪਣੀ ਜ਼ਿੰਦਗੀ ਦੇ ਕਮਾਏ ਹੋਏ ਮੋਲਕ ਵਚਨ ਤੁਹਾਡੇ ਨਾਲ ਸਾਂਝੇ ਕਰਨਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੀ 10 ਜੂਨ ਦੀ ਸਾਲਾਨਾ ਬਰਸੀ ਬਾਬਾ ਰਾਮਾਨੰਦ ਜੀ ਦੀ ਜੋ ਵੀ ਆਪਾਂ ਦਿਨ ਦਾ ਪ੍ਰੋਗਰਾਮ ਕਰਦੇ ਹਾਂ ਉਸੇ ਤਰ੍ਹਾਂ ਹੋਵੇਗੀ। ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ ਜੀ ਵਾਹਿਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ। ਮਹੰਤ ਹਰਪਾਲ ਦਾਸ ਜੀ ਡੇਰਾ ਇਮਾਮਗੜ੍ਹ ਵਾਲਿਆਂ ਦੀ ਦੇਖ-ਰੇਖ ਹੇਠ ਹੋਏ ਸਮਾਗਮਾਂ ਮੌਕੇ ਸੰਤ ਬਾਬਾ ਅਮਰੀਕ ਸਿੰਘ ਜੀ ਪੜੈਣ ਵਾਲੇ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਮਹੰਤ ਹਰਪਾਲ ਦਾਸ ਜੀ ਅਤੇ ਵਾਤਾਵਰਨ ਪ੍ਰੇਮੀ ਸਦਾ ਇੰਦਰਜੀਤ ਸਿੰਘ ਮੁੰਡੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸਮਾਗਮਾਂ ਮੌਕੇ ਜਿੱਥੇ ਮਹਾਨ ਕਵੀ ਦਰਬਾਰ ਕਰਵਾਇਆ ਗਿਆ, ਉੱਥੇ ਮਹੰਤ ਹਰਪਾਲ ਦਾਸ ਜੀ ਦੀ ਕਾਵਿ ਪੁਸਤਕ ਹਰਫਾਂ ਦਾ ਨੂਰ ਲੋਕ ਅਰਪਣ ਕੀਤੀ ਗਈ। ਇਹਨਾਂ ਸਮਾਗਮਾਂ ਮੌਕੇ ਜਿੱਥੇ 51 ਕਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਵੱਖ-ਵੱਖ ਕਵੀ ਸਾਹਿਬਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੱਜ ਇਸ ਪਾਵਨ ਸਥਾਨ ਬੀੜ ਇਮਾਮਗੜ੍ਹ ਦੇ ਮੁਕੱਦਸ ਸਥਾਨ ਦੇ ਉੱਪਰ ਬਾਬਾ ਸ਼ੰਕਰਾਨੰਦ ਜੀ ਦੀ ਸਾਲਾਨਾ ਬਰਸੀ ਦੇ ਵਿੱਚ ਇਕੱਤਰ ਹੋਈ ਸਾਧ ਸੰਗਤ ਜੀ, ਆਪ ਸਭ ਨੂੰ ਇੱਥੇ ਪਹੁੰਚਣ 'ਤੇ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ, ਖੁਸ਼ ਆਮਦੀਦ। ਔਰ ਇੱਕ ਸਨਿਮਰ ਬੇਨਤੀ ਹੈ, ਜਿਹੜੀ ਵੀ ਸੰਗਤ ਬਾਹਰ ਖੜੇ ਨੇ ਉਹਨਾਂ ਨੂੰ ਅਸੀਂ ਸਨਿਮਰ ਬੇਨਤੀ ਕਰਦੇ ਹਾਂ ਕਿ ਅੰਦਰ ਆ ਕੇ ਇਸ ਪੰਡਾਲ ਦੇ ਵਿੱਚ ਸੁਸ਼ੋਭਿਤ ਹੋਣ ਦੀ ਕਿਰਪਾਲਤਾ ਕਰਨੀ। ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ, ਕਿਉਂਕਿ ਜਿੱਥੇ ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਦੇ ਸੰਦਰਭ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ, ਉਹਨਾਂ ਦੇ ਨਾਲ ਇਸ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਜੀ, ਜਿਨ੍ਹਾਂ ਨੇ ਕਿ ਤਸੱਵੁਫਵਾਦ ਦੇ ਨਾਲ ਉਸ ਅਕਾਲ ਪੁਰਖ ਜਗਦੀ ਜੋਤ ਦੇ ਨਾਲ ਆਪਣਾ ਇੱਕ ਐਸਾ ਸੰਬੰਧ ਕਾਇਮ ਕੀਤਾ ਹੈ ਜਿਸ ਲਈ ਦੁਨੀਆ ਤਰਸਦੀ ਹੈ। ਮੈਂ ਸਮਝਦਾ ਹਾਂ ਉਹਨਾਂ ਦੇ ਵੱਡੇ ਭਾਗ ਹਨ। ਇਹ ਉਹਨਾਂ ਦੀ ਸਮਰਪਣ ਦੀ ਭਾਵਨਾ ਹੈ, ਉਹਨਾਂ ਦੀ ਭਗਤੀ ਹੈ, ਉਹਨਾਂ ਦੀ ਜੀਭਾ ਦਾ ਰਸ ਹੈ। ਔਰ ਵੱਡੀ ਗੱਲ, ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਦੇ ਖਿੱਤੇ ਨੂੰ ਹੋਰ ਅਮੀਰ ਕਰਨ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ। ਸੋ ਇਸੇ ਦੇ ਤਹਿਤ ਇਹਨਾਂ ਦੀ ਪਲੇਠੀ ਪੁਸਤਕ ਹਰਫਾਂ ਦਾ ਨੂਰ ਜੋ ਮੰਜ਼ਰ ਆਮ 'ਤੇ ਆਈ ਹੈ, ਇਸ ਦਾ ਅੱਜ ਇੱਥੇ ਵਿਮੋਚਨ ਵੀ ਹੋਣਾ ਹੈ ਆਪ ਸਭ ਦੀ ਮੌਜੂਦਗੀ ਦੇ ਵਿੱਚ ਔਰ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਸਦਕਾ। ਸੋ ਮੈਂ ਧਰਮਿੰਦਰ ਸ਼ਾਹਿਦ ਖੰਨਾ, ਆਪ ਸਭ ਦਾ ਸੇਵਕ, ਮਹੰਤ ਜੀ ਨੂੰ ਉਚੇਚੀ ਵਧਾਈ ਪੇਸ਼ ਕਰਦਾ ਹਾਂ। ਇੰਸ਼ਾਅੱਲਾ ਇਸੇ ਤਰੀਕੇ ਦੇ ਨਾਲ ਉਹ ਪੰਜਾਬੀ ਮਾਤ ਜ਼ਬਾਨ ਦੀ ਸੇਵਾ ਕਰਦੇ ਰਹਿਣ ਔਰ ਭੁੱਲੀ ਭਟਕੀ ਲੋਕਾਈ ਨੂੰ ਸਿੱਧੇ ਰਾਹ 'ਤੇ ਪਾਉਣ ਲਈ ਜਿਹੜਾ ਇਹਨਾਂ ਦਾ ਤਹੀ ਹੈ, ਇੰਸ਼ਾਅੱਲਾ ਉਹ ਬਰਕਰਾਰ ਰਹੇ, ਉਹ ਬੁਲੰਦ ਰਹੇ। ਧਿਆਨ ਦੇਣਾ ਬਾਕੀ ਸਾਥੀਆਂ ਨੇ ਵੀ। ਅਜੋਕੇ ਪੰਜਾਬ ਦਾ ਮਹਾਂਦਰਾ ਗੀਤ ਰੂਪ 'ਚ ਹੈ। ਨੌਜਵਾਨੀ ਨੇ ਵਿਦੇਸ਼ਾਂ ਵੱਲ ਵੀ ਹੀਰ ਕੱਤੀ ਹੈ, ਨੌਜਵਾਨੀ ਨੇ ਵਿਦੇਸ਼ਾਂ ਵੱਲ ਵੀ ਹੀਰ ਕੱਤੀ ਹੈ। ਬਹੁਤਿਆਂ ਨੇ ਕੰਮ ਨਾ ਕਰਨ ਦੀ ਠਾਣ ਰੱਖੀ ਹੈ, ਮਾਪਿਆਂ ਦੇ ਦਵਾਟੇ ਰਹਿ ਜਾਣੇ ਖਾਬ ਮਿੱਤਰੋ, ਮਾਪਿਆਂ ਦੇ ਦਵਾਟੇ ਰਹਿ ਜਾਣੇ ਖਾਬ ਮਿੱਤਰੋ। ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ, ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ। ਲੋੜੋਂ ਵੱਧ ਖਰਚਿਆਂ ਨੇ ਲੱਕ ਤੋੜਤੇ, ਲੋੜੋਂ ਵੱਧ ਖਰਚਿਆਂ ਨੇ ਲੱਕ ਤੋੜਤੇ। ਫੋਕੀ ਸ਼ੋਹਰਤ ਨੇ ਵੱਡੇ ਛੋਟੇ ਨੱਕ ਤੋੜਤੇ, ਫੋਕੀ ਸ਼ੋਹਰਤ ਨੇ ਵੱਡੇ ਛੋਟੇ ਨੱਕ ਤੋੜਤੇ। ਖੁਦ ਕਾਪੀ ਪੈਨ ਚੁੱਕ ਲਾ ਲੋ ਹਿਸਾਬ ਮਿੱਤਰੋ, ਖੁਦ ਕਾਪੀ ਪੈਨ ਚੱਕ ਲਾ ਲੋ ਹਿਸਾਬ ਮਿੱਤਰੋ। ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ, ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ। ਸਵੇਰੇ ਉੱਠੇ ਮਾਵਾਂ ਦਹੀਂ ਰਿੜਕਦੀਆਂ, ਸਵੇਰੇ ਉੱਠੇ ਮਾਵਾਂ ਸਾਨੂੰ ਦਹੀਂ ਰਿੜਕਦੀਆਂ। ਨੂੰਹਾਂ ਧੀਆਂ ਘਰ ਦਾ ਵਿਹੜਾ ਛਿੜਕਦੀਆਂ, ਨੂੰਹਾਂ ਧੀਆਂ ਘਰ ਦਾ ਵਿਹੜਾ ਛਿੜਕਦੀਆਂ। ਪੌਣ ਜ਼ਹਿਰੀਲੀ ਤੇ ਗੰਧਲਾ ਕੀਤਾ ਆਪ ਮਿੱਤਰੋ, ਪੌਣ ਜ਼ਹਿਰੀਲੀ ਤੇ ਗੰਧਲਾ ਕੀਤਾ ਆਪ ਮਿੱਤਰੋ। ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ, ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ। ਬ੍ਰਾਂਡਡ ਕੱਪੜਿਆਂ ਦੇ ਖਰਚ ਉੱਤੋਂ ਦੀ ਪੈ ਗਏ, ਬ੍ਰਾਂਡਡ ਕੱਪੜਿਆਂ ਦੇ ਖਰਚ ਉੱਤੋਂ ਦੀ ਪੈ ਗਏ। ਪੂਰੀ ਟੱਬਰੀ ਦੇ ਲੀੜਿਆਂ ਬਰਾਬਰ ਖਹਿ ਗਏ, ਪੂਰੀ ਟੱਬਰੀ ਦੇ ਲੀੜਿਆਂ ਬਰਾਬਰ ਖਹਿ ਗਏ। ਵਾਧੂ ਬੇਹੁਦਰੇ ਖਰਚਾਂ ਨੇ ਕਰਤੇ ਕੰਗਾਲ ਮਿੱਤਰੋ, ਵਾਧੂ ਬੇਹੁਦਰੇ ਖਰਚਾਂ ਨੇ ਕਰਤੇ ਕੰਗਾਲ ਮਿੱਤਰੋ। ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ, ਹੁਣ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ। ਪੜ੍ਹੇ ਲਿਖੇ ਚੋਬਰ ਕਿੰਝ ਹੇੜਾਂ ਬੰਨ ਤੁਰਦੇ, ਪੜ੍ਹੇ ਲਿਖੇ ਚੋਬਰ ਕਿਵੇਂ ਹੇੜਾਂ ਬੰਨ ਫਿਰਦੇ। ਕਰ ਉੱਚੀਆਂ ਪੜ੍ਹਾਈਆਂ ਬਣ ਥਣ ਟੁਰਦੇ, ਕਰ ਉੱਚੀਆਂ ਪੜ੍ਹਾਈਆਂ ਬਣੇ ਬਣ ਫਿਰਦੇ। ਘਰਾਂ 'ਚ ਪੈਂਦੇ ਕਮਸਾਨ ਟੁੱਟ ਰਹੇ ਖਾਬ ਮਿੱਤਰੋ, ਘਰਾਂ 'ਚ ਪੈਂਦੇ ਕਮਸਾਨ ਟੁੱਟ ਰਹੇ ਖਾਬ ਮਿੱਤਰੋ। ਸਾਡਾ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ, ਸਾਡਾ ਪਹਿਲਾਂ ਵਾਲਾ ਰਿਹਾ ਨਾ ਪੰਜਾਬ ਮਿੱਤਰੋ।
चिट्टे काले नशियां च चोबर डुੱਬ गए, चिट्टे काले नशियां च चोबर डुੱਬ गए, फोकी टहर शहर विच किंज हुब गए, फोकी टहर शहर विच किंज हुब गए। रोज़ खबरां च पढ़दे, रोज़ खबरां च पढ़दे मरदे बेहिसाब मित्रो, रोज़ खबरां च पढ़िए मरदे बेहिसाब मित्रो। साडा पहलां वाला रिहा ना पंजाब मित्रो, साडा पहलां वाला रिहा ना पंजाब मित्रो। सप दा डंगिया बच जांदा, बंदा सप दा डंगिया बच जांदा, बंदे दा डंगिया बचदा नहीं, बंदे दा डंगिया बचदा नहीं। सप दा डंगिया जच जांदा, बंदे दा डंगिया जचदा नहीं। चलो 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 दो लाइनां ने, बैरी आपे बन जाते बैरी बीजे जाते नहीं, बैरी मापे बन जाते जिंदगी शोभा पाते नहीं। ते मेरी कविता वैसे लंबी सी, मैं थोड़े शब्दों के विच ही मुका देंगा। चमक चमकदी रखते चमक वाले, बिना चमक ना चमकदी चमक होवे। चमक चमकदी रखते चमक वाले, बिना चमक ना चमकदी चमक होवे। चमक चमकदी रखते चमक वाले, बिना चमक ना चमकदी चमक होवे। दमक दमकदी दमक, दमक दमकदी रखते दमक वाले, बिना दमक ना दमकदा दमक होवे। रमक रमकदी जानदे रमक वाले, बिना रमक ना रमकदी रमक होवे। नदर नदर दी जानदे नदर वाले, बिना नदर ना नदर दी नदर होवे। सदर सदर दी जानदे सदर वाले, बिना सदर ना सदर दी सदर होवे। कदर कदर दी जानदे कदर वाले, बिना कदर ना कदर दी कदर होवे। दर्द दर्द दा जानदे दर्द वाले, बिना दर्द ना दर्द दा दर्द होवे। कर्ज कर्ज नूं जानदे कर्ज वाले, बिना कर्ज ना कर्ज दा कर्ज होवे। तर्ज तर्ज नूं जानदे तर्ज वाले, बिना तर्ज ना तर्ज दा तर्ज होवे। लर्ज लर्ज नूं जानदे लर्ज वाले, बिना लर्ज ना लर्ज दी लर्ज होवे। इश्क इश्क नूं जानदे इश्क वाले। हाँ जी, छोटी बोलनी है, हाँ छोटी है जी। इश्क इश्क नूं जानदे इश्क वाले, बिना इश्क ना इश्क दा इश्क होवे। ਅਸੀਂ ਭੁੱਲ ਗਏ ਹਾਂ ਆਪਣਾ ਸ਼ਾਨਦਾਰ ਵਿਰਸਾ, वाह ਅਸੀਂ ਭੁੱਲ ਗਏ ਹਾਂ ਆਪਣਾ ਸ਼ਾਨਦਾਰ ਵਿਰਸਾ। ਤਾਈਓ ਤਾਂ ਮੋਹ ਲੈਂਦੀਆਂ ਨੇ ਸਾਨੂੰ ਇਹ ਹੁਸਨ ਇਸ਼ਕ ਦੀਆਂ ਗੱਲਾਂ। ਸਾਨੂੰ ਯਾਦ ਹੀ ਨਹੀਂ ਕਿ ਸਾਡੇ ਵਡੇਰਿਆਂ ਨੇ ਕੱਚੀ ਗੜੀ 'ਚ ਸਵਾ ਲੱਖ ਨਾਲ ਲੜ ਕੇ ਮੌਤ ਵਰੀ ਸੀ। ਸਾਨੂੰ ਯਾਦ ਹੀ ਨਹੀਂ ਕਿ ਸਾਡੇ ਵਡੇਰਿਆਂ ਨੇ ਕੱਚੀ ਗੜੀ 'ਚ ਸਵਾ ਲੱਖ ਨਾਲ ਲੜ ਕੇ ਮੌਤ ਵਰੀ ਸੀ। ਸਾਨੂੰ ਤਾਂ ਇਹੋ ਯਾਦ ਆ ਕਿ ਸੈਂਕੜੇ ਸਾਲ ਪਹਿਲਾਂ ਕੱਚਿਆਂ 'ਤੇ ਸੋਹਣੀ ਹੀ ਤਰੀ ਸੀ। ਸਾਨੂੰ ਥਲਾਂ 'ਚ ਭਟਕਦੀ ਸੜਦੀ ਭੁੱਜਦੀ ਤੜਫਦੀ ਸੱਸੀ ਭੁੱਲ ਨਹੀਂ ਸਕੀ, ਕਿਉਂਕਿ ਅਸੀਂ ਭੁੱਲ ਗਏ ਹਾਂ ਮੈਦਾਨੇ ਜੰਗ ਵਿੱਚ ਜੂਝਣ ਵਾਲੀ ਮਾਝੇ ਦੀ ਅਣਖੀਲੀ ਧੀ ਮਾਈ ਭਾਗੋ ਨੂੰ। ਕਿਸੇ ਸੋਹਣੀ ਮੁਟਿਆਰ ਖਾਤਰ 12 ਸਾਲ ਮੱਝਾਂ ਚਾਰਨ ਵਾਲੇ ਤੇ ਤਾਂ ਸਾਨੂੰ ਤਰਸ ਆਉਂਦਾ, ਪਰ ਅਸੀਂ ਬੜਾ ਛੇਤੀ ਭੁੱਲ ਗਏ ਹਾਂ ਕਿ ਕਿਸੇ ਅਣਖੀ ਊਧਮ ਨੇ 21 ਸਾਲ ਤਪ ਕੀਤਾ ਸੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ। ਅਸੀਂ ਪੜ੍ਹਿਆ ਹੀ ਨਹੀਂ ਜੰਡ ਨਾਲ ਬੰਨ੍ਹ ਕੇ ਸਾੜੇ ਪਤੰਗਿਆਂ ਦਾ ਸੂਹਾ ਇਤਿਹਾਸ। ਅਸੀਂ ਪੜ੍ਹਿਆ ਹੀ ਨਹੀਂ ਜੰਡ ਨਾਲ ਬੰਨ੍ਹ ਕੇ ਸਾੜੇ ਪਤੰਗਿਆਂ ਦਾ ਸੂਹਾ ਇਤਿਹਾਸ। ਤਾਂਹੀਓ ਕਿਸੇ ਦੀ ਧੀ ਉਦਾਲ ਕੇ ਭੱਜੇ ਜੰਡ ਹੇਠ ਵੱਡੇ ਮਿਰਜ਼ੇ ਨੂੰ ਬਹਾਦਰ ਮੰਨਦੇ ਹਾਂ। ਕਾਸ਼ ਅਸੀਂ ਆਪਣਾ ਅਮੀਰ ਵਿਰਸਾ ਨਾ ਭੁੱਲਿਆ ਹੁੰਦਾ, ਕਾਸ਼ ਅਸੀਂ ਆਪਣਾ ਅਮੀਰ ਵਿਰਸਾ ਨਾ ਭੁੱਲਿਆ ਹੁੰਦਾ ਤਾਂ ਖੋਪੜ ਲਹਾਉਣ ਵਾਲੀ ਕੌਮ ਦੇ ਵਾਰਸਾਂ ਨੇ ਸਿਰਾਂ ਤੋਂ ਕੇਸ ਨਾ ਕਟਾਏ ਹੁੰਦੇ, ਸੋਹਣੀਆਂ ਦਸਤਾਰਾਂ ਹੁੰਦੀਆਂ, ਕੰਨੀ ਤੁੰਗਲ ਨਾ ਪਾਏ ਹੁੰਦੇ, ਹੱਥੀ ਤਲਵਾਰਾਂ ਹੁੰਦੀਆਂ। ਪਰ ਅਫਸੋਸ ਕਿ ਅਸੀਂ ਭੁੱਲ ਗਏ ਹਾਂ ਆਪਣਾ ਸ਼ਾਨਦਾਰ ਵਿਰਸਾ। ਬਹੁਤ ਬਹੁਤ ਧੰਨਵਾਦ। ਮੈਂ ਵੀ ਦੇਖ ਲਵਾਂ ਮੁੱਦਾ। ਹਰਨਾਮ ਕੌਰ ਦੀ ਗਵਾਂਢਣ ਨੇ ਅੰਦਰ ਵੜਦੇ ਹੀ ਕਿਹਾ, ਜਿਹੜੀ ਕਿ ਹਰਨਾਮ ਕੌਰ ਦੇ ਪੋਤੇ ਦੀ ਨਿੰਮ ਬੰਨਣ ਦੀ ਰਸਮ ਤੇ ਆਈ ਸੀ। ਗਵਾਂਢਣਾਂ ਦੇ ਇਕੱਠੀਆਂ ਹੁੰਦਿਆਂ ਹੀ ਹਰਨਾਮ ਕੌਰ ਨੇ ਨਿੰਮ ਬੰਨਣ ਦੀ ਰਸਮ ਸ਼ੁਰੂ ਕੀਤੀ ਤੇ ਨਾਲ ਹੀ ਆਪਣੇ ਜੇਠ ਦੀ ਕੁੜੀ ਨੇ ਹੱਥ ਫੋਨ ਫੜਾ ਦਿੱਤਾ ਤੇ ਕਹਿਣ ਲੱਗੀ, ਫੜ ਧੀਏ ਮੋਬਾਈਲ, ਪਹਿਲਾਂ ਮੇਰੀ ਧੀ ਨੂੰ ਲਗਾ ਵੀਡੀਓ ਕਾਲ। ਭੂਆ ਉਹ ਆਖਰ ਵੀਡੀਓ ਕਾਲ ਤੇ ਹੀ ਹੱਥ ਲਗਾ ਦਿਓ ਨਿੰਮ ਨੂੰ ਤੇ ਫੇਰ ਲਗਾਈ ਮੇਰੇ ਪੁੱਤ ਨੂੰ, ਉਹ ਵੀ ਦੇਖ ਲਵੇ ਕਿ ਕਿਵੇਂ ਰੌਣਕਾਂ ਲੱਗੀਆਂ ਸਾਡੇ ਮੇਰੇ। ਨਾਲੇ ਸਾਰੀਆਂ ਗਵਾਂਢਣਾਂ ਨੂੰ ਪੋਤਾ ਦਿਖਾ ਮੇਰਾ ਵੀਡੀਓ ਕਾਲ ਤੇ, ਲੋਰੀਆਂ ਦੇ ਦੇਣਗੀਆਂ ਜਿਵੇਂ ਮੈਂ ਦਿੰਦੀ। ਗੁਰਨਾਮ ਕੌਰ ਨੇ ਖੁਸ਼ੀ ਖੁਸ਼ੀ
ਸਾਰੀਆਂ ਰਸਮਾਂ ਕੀਤੀਆਂ ਤੇ ਵੀਡੀਓ ਕਾਲ ਦੇ ਨਾਲ ਆਪਣੀ ਧੀ ਤੇ ਪੁੱਤ ਜਿਹੜੇ ਕਿ ਵਿਦੇਸ਼ ਵਿੱਚ ਬੈਠੇ ਸੀ ਉਹਨਾਂ ਨਾਲ ਖੁਸ਼ੀ ਸਾਂਝੀ ਕੀਤੀ। ਨਿੰਮ ਵੱਟ ਕੇ ਸਾਰੇ ਆਪਣੇ ਆਪਣੇ ਘਰ ਗਏ ਤੇ ਹਰਨਾਮ ਕੌਰ ਦੇ ਵਿਹੜੇ ਇੱਕਦਮ ਚੁੱਪ ਪਸਰ ਗਈ। ਹਰਨਾਮ ਕੌਰ ਦਾ ਦਿਲ ਉਦਾਸ ਹੋ ਗਿਆ ਤੇ ਕੋਲ ਬੈਠੇ ਆਪਣੇ ਪਤੀ ਨੂੰ ਕਹਿਣ ਲੱਗੀ, ਸਰਦਾਰਾ ਜਦ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਸਾਂਝਾ ਟੱਬਰ ਸੀ। ਰੱਬ ਨੇ 2 ਪੁੱਤ ਤੇ 1 ਧੀ ਦਿੱਤੀ। ਹੌਸਲੇ ਵਿੱਚ ਅਸੀਂ ਸਾਰਾ ਦਿਨ ਕੰਮ ਕਰਦੇ ਨਾ ਥੱਕਦੇ। ਵਿਹੜਾ ਭਰਿਆ ਰਹਿੰਦਾ ਸੀ ਰੌਣਕ ਨਾਲ। ਕਿੰਨਾ ਚਾਅ ਸੀ ਧੀ ਦੇ ਵਿਆਹ ਦਾ, ਪਰ ਵਿਦੇਸ਼ ਜਾਣ ਦੇ ਲਾਲਚ ਵਿੱਚ ਜਵਾਈ ਦੇ ਸਾਰੇ ਸਗਨ ਮੈਂ ਵੀਡੀਓ ਕਾਲ ਨਾਲ ਹੀ ਕੀਤੇ। ਮਕਾਨ ਬਣਾਉਣ ਵੇਲੇ ਖੁਸ਼ੀ ਵਿੱਚ ਅੱਡੀ ਨਹੀਂ ਸੀ ਲੱਗੀ ਮੇਰੀ ਕਿ ਪੋਤੇ ਪੋਤੀਆਂ ਇੱਥੇ ਰੌਣਕਾਂ ਲਾਉਣਗੇ, ਪਰ ਚੰਦਰੀਆਂ ਮਜਬੂਰੀਆਂ ਨੇ ਪੁੱਤ ਪਰਦੇਸੀ ਕਰਤੇ ਤੇ ਹਰ ਸਗਨ ਮੈਂ ਵੀਡੀਓ ਕਾਲ ਤੇ ਕਰਦੀ। ਮੇਰੀ ਗੋਦੀ ਵੱਲ ਮੈਨੂੰ ਸਖਣੀ ਲੱਗਦੀ। ਵੀਡੀਓ ਕਾਲ ਤੇ ਮੈਂ ਬੱਚਿਆਂ ਨੂੰ ਲੋਰੀਆਂ ਤਾਂ ਦਿੱਤੀਆਂ ਪਰ ਗੋਦੀ ਦਾ ਨਿੱਘ ਨਹੀਂ ਦੇ ਸਕਦੀ। ਹੁਣ ਜਿਵੇਂ ਜਿਵੇਂ ਆਪਾਂ ਉਮਰ ਵੱਲ ਵਧਦੇ ਆ ਨਾ ਚੰਦੜੇ ਪਿਆਰੇ ਪਿਆਰੇ ਖਿਆਲ ਅੱਖ ਨਹੀਂ ਲੱਗਣ ਦਿੰਦੇ। ਪਰ ਹਰਨਾਮ ਕੌਰ ਦੇ ਪਤੀ ਨੇ ਦਿਲਾਸਾ ਦਿੰਦਿਆਂ ਕਿਹਾ, ਕੀ ਕਮੀ ਦੱਸ ਤੈਨੂੰ, ਐਵੇਂ ਸਾਰਾ ਦਿਨ ਦੁਸਕਦੀ ਰਹਿੰਦੀ। ਸੁੱਖ ਨਾਲ ਪਿੰਡ ਵਿੱਚ ਸਭ ਤੋਂ ਵੱਡੀ ਕੋਠੀ ਦੀ ਮਾਲਿਕ ਹੈ, ਕਿੰਨੇ ਨੌਕਰ ਨੇ, ਸਾਰਾ ਦਿਨ ਮਹਾਰਾਣੀ ਬਣ ਕੇ ਬੈਠਦੀ, ਕੋਈ ਕਮੀ ਨਹੀਂ ਛੱਡੀ ਆਪਣੀ ਔਲਾਦ ਨੇ ਸੁੱਖ ਦੇਣ ਦੀ। ਹਰਨਾਮ ਕੌਰ ਨੇ ਸਾਰੇ ਘਰ ਵੱਲ ਨਜ਼ਰ ਘੁਮਾਈ ਤੇ ਕਿਹਾ, ਸਹੀ ਹੈ ਸਰਦਾਰਾ, ਕੋਈ ਕਮੀ ਨਹੀਂ ਮੇਰੇ ਕੋਲ ਕਿਸੇ ਚੀਜ਼ ਦੀ, ਪਰ ਮੈਨੂੰ ਡਰ ਲੱਗਦਾ ਕਿ ਜਿਉਂਦੇ ਜੀ ਤਾਂ ਮੈਂ ਸਾਰੀਆਂ ਰਸਮਾਂ ਵੀਡੀਓ ਕਾਲ ਕਰਦੀਆਂ, ਪਰ ਜਦੋਂ ਸਾਡਾ ਆਖਰੀ ਵੇਲਾ ਆਇਆ ਤਾਂ ਵੀਡੀਓ ਕਾਲ ਨਾਲ ਸਾਡੇ ਮੂੰਹ ਵਿੱਚ ਪਾਣੀ ਕਿਵੇਂ ਪਊ। ਮੈਨੂੰ ਤਾਂ ਡਰ ਲੱਗਦਾ ਕਿ ਸਾਡੀ ਔਲਾਦ ਸਾਡੀਆਂ ਆਖਰੀ ਰਸਮਾਂ ਵੀਡੀਓ ਕਾਲ ਤੇ ਤਾਂ ਨਹੀਂ ਕਰ ਦੇਵੇਗੀ। ਧੰਨਵਾਦ। ਧੀਆਂ ਤਾਂ ਧਨ ਪਰਾਇਆ ਸਾਰੀ ਦੁਨੀਆ ਕਹਿੰਦੀ, ਮਾਪੇ ਰੋਂਦੇ ਨੇ ਜਦੋਂ ਇਹ ਜਨਮ ਘਰ ਵਿੱਚ ਲੈਂਦੀ। ਪੁੱਤਰਾਂ ਨਾਲੋਂ ਵੱਧ ਕੇ ਮਾਪਿਆਂ ਦਾ ਸਤਿਕਾਰ ਇਹ ਕਰਦੀ। ਨੀਵੀਂ ਹੋ ਕੇ ਆਪਣੀ ਜ਼ਿੰਦਗੀ ਦੇ ਦਿਨ ਇਹ ਕੱਢਦੀ। ਨਾ ਹੁੰਦੇ ਨੇ ਪੇਕੇ ਨਾ ਹੁੰਦੇ ਨੇ ਇਹਨਾਂ ਦੇ ਸਹੁਰੇ, ਇਹ ਦੁਨੀਆ ਦੀ ਰੀਤ ਇਹ ਕਹਿੰਦੀ। ਧੀਆਂ ਦਾ ਧਨ ਪਰਾਇਆ ਸਾਰੀ ਦੁਨੀਆ ਕਹਿੰਦੀ। ਪੁੱਤਰਾਂ ਨੂੰ ਨਾ ਹੁੰਦੀ ਏ ਮਾਂ ਬਾਪ ਦੀ ਫਿਕਰ ਵੀ ਭੋਰਾ, ਧੀਆਂ ਨੂੰ ਘਰ ਬੇਗਾਨੇ ਵੀ ਲੱਗਿਆ ਰਹਿੰਦਾ ਮਾਂ ਬਾਪ ਦਾ ਝੋਰਾ। ਸੱਸ ਅੱਗੋਂ ਮਾਰੇ ਤਾਨੇ ਐਡੀ ਫਿਕਰ ਹੈ ਤੈਨੂੰ ਉਹਨਾਂ ਦੀ ਹੀ ਰਹਿੰਦੀ। ਧੀਆਂ ਦਾ ਧਨ ਪਰਾਇਆ ਸਾਰੀ ਦੁਨੀਆ ਕਹਿੰਦੀ। ਜੇ ਮਿਲੇ ਉਹ ਸਤਿਕਾਰ ਧੀਆਂ ਨੂੰ ਜਿਹੜਾ ਮਿਲਣਾ ਚਾਹੀਦਾ, ਫੇਰ ਨਾ ਮਾਰਨ ਧੀਆਂ ਨੂੰ ਕੁੱਖਾਂ ਦੇ ਵਿੱਚ, ਨਾ ਭੋਗਣ ਜ਼ਿੰਦਗੀ ਦੁੱਖਾਂ ਵਿੱਚ। ਜੇ ਹੋ ਜਾਏ ਇਦਾਂ ਦਾ ਇਹ ਨਾ ਸਹੁਰਿਆਂ ਦੇ ਵਿੱਚ ਤਾਨੇ ਸਹਿੰਦੀ। ਧੀਆਂ ਤਾਂ ਧਨ ਪਰਾਇਆ ਸਾਰੀ ਦੁਨੀਆ ਕਹਿੰਦੀ। ਧੀਆਂ ਤਾਂ ਧਨ ਪਰਾਇਆ ਸਾਰੀ ਦੁਨੀਆ ਕਹਿੰਦੀ। ਧੰਨਵਾਦ। ਬਲਦੀ ਚਿਖਾ ਵਰਗੀ ਘਰਾਂ ਦੇ ਵਿੱਚ ਨੇ ਜਦ ਤੋਂ ਬਾਜ਼ਾਰੂ ਬਿਰਤੀਆਂ ਦਿਸੀਆਂ। ਬਲੀ ਪੁੱਤ ਪੇਟ ਦੀ ਚੜ ਗਏ ਬੁਢਾਪਾ ਰੋਲ ਬਾਪੂ ਦਾ। ਬਲੀ ਪੁੱਤ ਪੇਟ ਦੀ ਚੜ ਗਏ ਬੁਢਾਪਾ ਰੋਲ ਬਾਪੂ ਦਾ। ਵਿਦੇਸ਼ੀ ਤੁਰ ਗਈਆਂ ਭੀੜਾਂ ਕਦੇ ਨਾ ਪਰਦੀਆਂ ਦਿਸੀਆਂ। ਕਿਤੇ ਇੰਗਲਿਸ਼ ਕਿਤੇ ਹਿੰਦੀ ਪੰਜਾਬੀ ਨਾ ਦਿਸੀ ਕਿਧਰੇ। ਕਿਤੇ ਇੰਗਲਿਸ਼ ਕਿਤੇ ਹਿੰਦੀ ਪੰਜਾਬੀ ਨਾ ਦਿਸੀ ਕਿਧਰੇ। ਦਰਾਂ ਤੇ ਜਦ ਕਦੇ ਪੰਜਾਬੀਆਂ ਦੇ ਤਖਤੀਆਂ ਦਿਸੀਆਂ। ਜਿਨ੍ਹਾਂ ਨੂੰ ਮਹਿੰਗੀਆਂ ਨਾ ਬੋਤਲਾਂ ਜਾਪਣ। ਜਿਨ੍ਹਾਂ ਨੂੰ ਮਹਿੰਗੀਆਂ ਨਾ ਬੋਤਲਾਂ ਜਾਪਣ। ਉਹਨਾਂ ਨੂੰ ਸਸਤੀਆਂ ਵੀ ਪੁਸਤਕਾਂ ਨਾ ਸਸਤੀਆਂ ਦਿਸੀਆਂ। ਉਦੋਂ ਕੰਮ ਹੌਸਲਾ ਆਉਂਦਾ ਹੈ ਸਹਾਰਾ ਹੋਰ ਨਾ ਜ਼ਖਮੀ। ਉਦੋਂ ਕੰਮ ਹੌਸਲਾ ਆਉਂਦਾ ਹੈ ਸਹਾਰਾ ਹੋਰ ਨਾ ਜ਼ਖਮੀ। ਤੂਫਾਨਾਂ ਨਾਲ ਰਲੀਆਂ ਨੇ ਜਦੋਂ ਵੀ ਕਿਸ਼ਤੀਆਂ ਦਿਸੀਆਂ। ਤੂਫਾਨਾਂ ਨਾਲ ਰਲੀਆਂ ਨੇ। ਬਾਬਾ ਸ਼ੰਕਰਾਨੰਦ ਜੀ ਦੀ ਬਰਸੀ ਦੇ ਮੌਕੇ ਦੇ ਉੱਤੇ ਇੱਕ ਧਾਰਮਿਕ ਅਤੇ ਸਾਹਿਤਕ ਸ਼ਖਸੀਅਤ ਮਹੰਤ ਹਰਪਾਲ ਦਾਸ ਜੀ ਦੀ ਕਿਤਾਬ ਹਰਫਾਂ ਦਾ ਨੂਰ ਲੋਕ ਅਰਪਣ ਹੋਣ ਜਾ ਰਹੀ ਹੈ। ਮੈਂ ਮਹੰਤ ਜੀ ਬਾਰੇ ਜਿੰਨਾ ਕੁ ਜਾਣਦਾ ਫੇਸਬੁੱਕ ਰਾਹੀਂ ਤੇ ਹੋਰ ਉਹਨਾਂ ਨੂੰ ਪੜ੍ਹਿਆ, ਉਹਨਾਂ ਨੇ ਹਰ ਵਿਸ਼ੇ ਦੇ ਉੱਤੇ ਇੰਜ ਲਿਖਿਆ ਹੈ ਜਿਵੇਂ ਅਗੰਮੀ ਬੋਲੇ ਹੋਣ। ਤੇ ਵਾਹਿਗੁਰੂ ਇਸ ਸ਼ਖਸੀਅਤ ਨੂੰ ਹੋਰ ਬੁਲੰਦੀਆਂ ਦੇਵੇ। ਮੈਂ ਤੁਹਾਡੇ ਸਾਹਮਣੇ ਆਪਣੀ ਰਚਨਾ ਪੇਸ਼ ਕਰ ਰਿਹਾ ਕਲਮ। ਸੋ ਧਿਆਨ ਕਰਿਓ ਕਿ ਕਲਮ ਜਦ ਵੀ ਹੱਥ ਵਿੱਚ ਫੜੀ ਜਾਂਦੀ ਹੈ
ਤਦ ਤਦ ਹੀ ਇਤਿਹਾਸ ਵਿੱਚ ਇੱਕ ਨਵੀਂ ਜੰਗ ਲੜੀ ਜਾਂਦੀ ਹੈ। ਕਲਮ ਹਮੇਸ਼ਾ ਵਿਰਸੇ ਨੂੰ ਯਾਦ ਕਰਾਉਂਦੀ ਹੈ, ਕਲਮ ਹਮੇਸ਼ਾ ਅਣਖ ਨੂੰ ਵੰਗਾਰ ਪਾਉਂਦੀ ਹੈ। ਕਲਮ ਦੇ ਨਾਲ ਸਮੇਂ ਦੇ ਵਹਿਣ ਰੁਕ ਜਾਂਦੇ ਨੇ, ਕਲਮ ਦੇ ਸਾਹਮਣੇ ਇਤਿਹਾਸ ਝੁਕ ਜਾਂਦੇ ਨੇ। ਕਲਮ ਆਰੀਆ ਤੋਂ ਅੱਜ ਤੱਕ ਚੱਲਦੀ ਹੀ ਆਈ ਹੈ। ਕਲਮ ਦੇ ਸਿਰ ਤੇ ਹਰ ਥਾਂ ਜਿੱਤੀ ਲੜਾਈ ਹੈ। ਕਲਮ ਬਣ ਗੀਤਾ ਗਿਆਨ ਅਰਜਨ ਨੂੰ ਕਰਾਉਂਦੀ ਹੈ। ਕਲਮ ਹੀ ਜ਼ਫਰਨਾਮੇ ਦੇ ਰੂਪ ਵਿੱਚ ਆਲਮਗੀਰ ਝੁਕਾਉਂਦੀ ਹੈ। ਤੇ ਧਿਆਨ ਕਰਿਓ ਕਿ ਕਲਮ ਹਮੇਸ਼ਾ ਸੱਚ ਦੇ ਹਿਰਦੇ ਵਿੱਚ ਪਲਦੀ ਹੈ। ਇਸੇ ਲਈ ਜਿੱਥੇ ਤਲਵਾਰ ਨਹੀਂ ਚੱਲਦੀ ਉੱਥੇ ਕਲਮ ਚੱਲਦੀ ਹੈ, ਜਿੱਥੇ ਤਲਵਾਰ ਨਹੀਂ ਚੱਲਦੀ ਉੱਥੇ ਕਲਮ ਚੱਲਦੀ ਹੈ। ਦੇਸ਼ ਮੇਰੇ ਦਾ ਰਾਖਾ ਬਣ ਕੇ ਧਰਤੀ ਉੱਤੇ, ਸਾਗਰ ਅੰਦਰ, ਸੀਨੇ ਉੱਤੇ ਗੋਲੀ ਝੱਲਦਾ ਹੈ, ਕਿਰਤੀ ਹੈ ਭਗਵਾਨ ਕਹੋ। ਸੜਕਾਂ ਨਾਪੇ ਰਾਤਾਂ ਝਾਕੇ, ਹਰ ਥਾਂ ਦੀ ਉਹ ਸੈਰ ਕਰਾਉਂਦਾ ਹੈ। ਸੜਕਾਂ ਨਾਪੇ ਰਾਤਾਂ ਝਾਕੇ, ਹਰ ਥਾਂ ਦੀ ਉਹ ਸੈਰ ਕਰਾਉਂਦਾ ਹੈ। ਕੱਲਾ ਸੱਠਾਂ ਨੂੰ ਲੈ ਭਜਦਾ ਹੈ, ਕਿਰਤੀ ਹੈ ਭਗਵਾਨ ਕਹੋ। ਮੋਢਾ ਲਾ ਕੇ ਬੋਰੀ ਚੁੱਕਦਾ ਹੈ, ਭਾਂਡੇ ਮਾਂਜੇ ਜੂਠੇ ਵੀ। ਮੋਢਾ ਲਾ ਲਾ ਬੋਰੀ ਚੁੱਕਦਾ ਹੈ, ਭਾਂਡੇ ਮਾਂਜੇ ਜੂਠੇ ਵੀ। ਉਹ ਬਿਜਲੀ ਖਾਤਰ ਖੰਭੇ ਚੜ੍ਹਦਾ ਹੈ, ਕਿਰਤੀ ਹੈ ਭਗਵਾਨ ਕਹੋ। ਰਿਕਸ਼ਾ ਚਾਲਕ ਰੇਹੜੀ ਵਾਹਕ, ਇੱਟਾਂ ਪੱਥਦਾ ਹੈ ਭੱਠੇ ਤੇ। ਰਿਕਸ਼ਾ ਚਾਲਕ ਰੇਹੜੀ ਵਾਹਕ, ਇੱਟਾਂ ਪੱਥਦਾ ਹੈ ਭੱਠੇ ਤੇ। ਢਿੱਡਾਂ ਖਾਤਰ ਮਿਹਨਤ ਕਰਦਾ ਹੈ, ਕਿਰਤੀ ਹੈ ਭਗਵਾਨ ਕਹੋ। ਮਿੱਲਾਂ ਅੰਦਰ ਕਾਮਾ ਬਣ ਕੇ ਖੂਨ ਪਸੀਨੇ ਹੁੰਦਾ ਰਹਿੰਦਾ ਹੈ। ਮਿੱਲਾਂ ਅੰਦਰ ਕਾਮਾ ਬਣ ਕੇ ਖੂਨ ਪਸੀਨੇ ਹੁੰਦਾ ਰਹਿੰਦਾ ਹੈ। ਢਿੱਡਾਂ ਖਾਤਰ ਮਿਹਨਤ ਕਰਦਾ ਹੈ, ਕਿਰਤੀ ਹੈ ਭਗਵਾਨ ਕਹੋ। ਕਰਜ਼ੇ ਲੈ ਕੇ ਡਿਗਰੀ ਕਰਦਾ ਹੈ, ਕੰਮ ਕਿਤੇ ਵੀ ਮਿਲਦਾ ਨਾ। ਕਰਜ਼ੇ ਲੈ ਲੈ ਡਿਗਰੀ ਕਰਦਾ ਹੈ, ਕੰਮ ਕਿਤੇ ਵੀ ਮਿਲਦਾ ਨਾ। ਲੋਟੇ ਆਖਰ ਸੀਰੀ ਰਲਦਾ ਹੈ, ਕਿਰਤੀ ਹੈ ਭਗਵਾਨ ਕਹੋ। ਲੋਟੇ ਆਖਰ ਸੀਰੀ ਰਲਦਾ ਹੈ, ਕਿਰਤੀ ਹੈ ਭਗਵਾਨ ਕਹੋ। ਤੈਨੂੰ ਬੁਝਾਉਂਦੇ ਰਹਿਣ ਭਟਕੇ ਪਿਆਸਿਆਂ ਦੀ। ਤੈਨੂੰ ਬੁਝਾਉਂਦੇ ਰਹਿਣ ਯੁਗਾਂ ਯੁਗਾਂਤਰਾਂ ਤੱਕ, ਯੁਗਾਂ ਯੁਗਾਂਤਰਾਂ ਤੱਕ। ਗੁਰੂਵਰ ਜਿਉਂਦੇ ਰਹਿਣ ਯੁਗਾਂ ਯੁਗਾਂਤਰਾਂ ਤੱਕ। ਕਿੰਨੇ ਸੋਹਣੇ ਜ਼ਿੰਦਗੀ 'ਚ ਰੰਗ ਭਰ ਦਿੰਦੇ ਨੇ। ਕਿੰਨੇ ਸੋਹਣੇ ਜ਼ਿੰਦਗੀ 'ਚ ਰੰਗ ਭਰ ਦਿੰਦੇ ਨੇ। ਮੇਟ ਕੇ ਹਨੇਰੇ ਰੋਸ਼ਨੀ 'ਚ ਕਰ ਦਿੰਦੇ ਨੇ। ਮੰਜ਼ਿਲਾਂ ਦੇ ਵੱਲ ਨੂੰ ਜਾਮਦੇ, ਮੰਜ਼ਿਲਾਂ ਦੇ ਵੱਲ ਨੂੰ ਜਾਮਦੇ। ਉਹ ਰਸਤੇ ਦਿਖਾਉਂਦੇ ਰਹਿਣ ਜ਼ੁਗਾਂ ਜ਼ੁਗਾਂਤਰਾਂ ਤੱਕ। ਰੱਬ ਨਾਲੋਂ ਪਹਿਲਾਂ ਨਾਮ ਗੁਰੂ ਦਾ ਹੀ ਆਉਂਦਾ ਏ। ਰੱਬ ਨਾਲੋਂ ਪਹਿਲਾਂ ਨਾਮ ਗੁਰਾਂ ਦਾ ਹੀ ਆਉਂਦਾ ਏ। ਜਲ ਕੇ ਜੋ ਆਪ ਹੋਰਾਂ ਤਾਈਂ ਰੁਸ਼ਨਾਉਂਦਾ ਏ। ਜਲ ਕੇ ਜੋ ਆਪ ਹੋਰਾਂ ਤਾਈਂ ਰੁਸ਼ਨਾਉਂਦਾ ਏ। ਆਪਾਂ ਚੇਲਿਆਂ ਚ ਢਾਲ ਕੇ, ਆਪਾਂ ਚੇਲਿਆਂ ਚ ਢਾਲ ਕੇ। ਇਹ ਟਿਮਟਿਮਾਉਂਦੇ ਰਹਿਣ ਜ਼ੁਗਾਂ ਜ਼ੁਗਾਂਤਰਾਂ ਤੱਕ। ਗੁਰੂਵਰ ਜਿਉਂਦੇ ਰਹਿਣ ਜ਼ੁਗਾਂ ਜ਼ੁਗਾਂਤਰਾਂ ਤੱਕ। ਕੋਈ ਨਹੀਂ ਮਿਸਾਲ ਕਿਤੇ ਇਹਨਾਂ ਦੇ ਕਰਮ ਦੀ। ਕੋਈ ਨਹੀਂ ਮਿਸਾਲ ਕਿਤੇ ਇਹਨਾਂ ਦੇ ਕਰਮ ਦੀ। ਕਰ ਦੁਆ ਕਬੂਲ ਖੁਦਾ ਪਰਵਿੰਦਰ ਪਰਮ ਦੀ।
ਫਿੱਕੀ ਹਰ ਆਤਮਾ ਨੂੰ, ਫਿੱਕੀ ਏ ਹਰ ਆਤਮਾ ਨੂੰ ਰਸ ਚ ਪਿਆਉਂਦੇ ਰਹਿਣ ਜੁਗਾਂ ਜੁਗਾਂ ਤਰਾਂ ਤੱਕ, ਯੁਗਾਂ ਯੁਗਾਂ ਤਰਾਂ ਤੱਕ ਗੁਰੂਵਰ ਜਿਉਂਦੇ ਰਹਿਣ। ਭਟਕੇ ਪਿਆਸਿਆਂ ਦੀ, ਭਟਕੇ ਪਿਆਸਿਆਂ ਦੀ ਤੈਨੂੰ ਬੁਝਾਉਂਦੇ ਰਹਿਣ ਜੁਗਾਂ ਜੁਗਾਂ ਤਰਾਂ ਤੱਕ। ਮੈਂ ਵੀ ਉੱਥੇ ਜਾਵਾਂ ਜਿੱਥੇ ਸਾਰੇ ਮਰ ਕੇ ਜਾਂਦੇ ਨੇ, ਠੱਗੀ ਠੋਰੀ ਹੱਕ ਮਾਰ ਕੇ ਕੀ ਭਰ ਕੇ ਜਾਂਦੇ ਨੇ। ਜੀ ਕਰਦਾ ਇੱਕ ਵਾਰੀ ਮੈਂ ਵੀ ਜਾ ਕੇ ਦੇਖਾਂ, ਜੀਂਦੇ ਜੀ ਜਿਹਦਾ ਢਿੱਡ ਨਾ ਭਰਿਆ ਹੁਣ ਕੀ ਮਰ ਕੇ ਖਾਂਦੇ ਨੇ। ਬੜਾ ਪਸੀਨਾ ਖੂਨ ਚੂਸਿਆ ਮਹਿੰਗੇ ਸਰਬਤ ਪੀਣ ਲਈ, ਕੀ ਉਹ ਸਰਬਤ ਨਾਲ ਵੀ ਲੈ ਗਏ ਉੱਪਰ ਜਾ ਕੇ ਪੀਣ ਲਈ। ਪੈਸਾ ਧੇਲਾ ਸੋਨਾ ਚਾਂਦੀ ਫਿਰ ਕਿੱਥੇ ਧਰ ਕੇ ਜਾਂਦੇ ਨੇ। ਸੋਚਿਆ ਮੈਂ ਵੀ ਉੱਥੇ ਜਾਵਾਂ ਜਿੱਥੇ ਸਾਰੇ ਮਰ ਕੇ ਜਾਂਦੇ ਨੇ। ਭੁੱਖਿਆਂ ਮੂੰਹੋਂ ਕੱਢੇ ਖਾਣੇ ਮਹਿੰਗੇ ਕਰ ਖਾਧੇ ਜੋ, ਉਹਨਾਂ ਲਈ ਕਿਉਂ ਲੁੱਟਦੇ ਫਿਰਦੇ ਨਾਲ ਨਹੀਂ ਜਾਣੇ ਸਾਡੇ ਜੋ। ਲਿਜਾਣ ਵਾਲੇ ਹੱਥ ਨਹੀਂ ਹੋ ਰਹਿੰਦੇ ਇਹ ਇੱਥੇ ਹੀ ਸੜ ਕੇ ਜਾਂਦੇ ਨੇ। ਸੋਚਿਆ ਮੈਂ ਵੀ ਉੱਥੇ ਜਾਵਾਂ ਜਿੱਥੇ ਸਾਰੇ ਮਰ ਕੇ ਜਾਂਦੇ ਨੇ। ਕੇਰਾਂ ਅੱਖੀਂ ਤੱਕ ਲੈਣ ਦੇ ਦਿਲ ਦੇ ਕੱਢ ਜੋ ਸੱਕ ਲੈਣ ਦੇ। ਮੈਂ ਵੀ ਬਣਨਾ ਮਾਣ ਸਹਿੜਾ ਮੈਨੂੰ ਵੀ ਕੁਝ ਨੱਪ ਲੈਣ ਦੇ। ਮੈਂ ਵੀ ਉਹ ਕੁਝ ਵਰਤਾਂ ਉੱਥੇ ਜੋ ਪਹਿਲਾਂ ਵਰਤੇ ਜਾਂਦੇ ਨੇ। ਸੋਚਿਆ ਮੈਂ ਵੀ ਉੱਥੇ ਜਾਵਾਂ ਜਿੱਥੇ ਸਾਰੇ ਮਰ ਕੇ ਜਾਂਦੇ ਨੇ। ਠੱਗੀ ਠੋਰੀ ਹੱਕ ਮਾਰ ਕੇ ਕੀ ਭਰ ਕੇ ਜਾਂਦੇ। ਸ਼ਾਂਤੀ ਦਾ ਜੇ ਸ਼ਾਂਤੀ ਨਾ ਵਰਤਾਉਂਦੇ, ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਹੋ ਗਨਕਾ ਪਾਪਣ ਪਾਪ ਕਮਾਉਂਦੀ ਨਰਕਾਂ ਦੀ ਅਧਿਕਾਰੀ। ਹੱਥੀਂ ਦੇ ਸੰਤਾਂ ਨੇ ਤੋਤਾ ਜਗਤ ਜਾਣਦਾ ਤਾਰੀ। ਹੱਥੀਂ ਦੇ ਸੰਤਾਂ ਨੇ ਤੋਤਾ ਜਗਤ ਜਾਣਦਾ ਤਾਰੀ। ਅਜਾ ਮੱਲ ਦੇ ਪੁੱਤਰ ਦਾ ਨਾਂ ਸੰਤ ਨਾਰਾਇਣ ਰਖਾਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਆਉ ਤਰੇ ਤਰਾਵੇ ਕੁੱਲਾਂ ਤਾਈ ਜੋ ਜਨ ਸਰ ਨਹੀਂ ਆਉਂਦਾ। ਤੁਲਸੀ ਕਹਿੰਦੇ ਸੰਗ ਸੰਤਾਂ ਦਾ ਕਰਮਾਂ ਨਾਲ ਥੇ ਆਉਂਦਾ। ਤੁਲਸੀ ਕਹਿੰਦੇ ਸੰਗ ਸੰਤਾਂ ਦਾ ਕਰਮਾਂ ਨਾਲ ਥੇ ਆਉਂਦਾ। ਸੰਤ ਰਾਮ ਵਿੱਚ ਭੇਤ ਨਾ ਕੋਈ ਭਗਤ ਕਬੀਰ ਬਤਾਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਹੋ ਪੰਜ ਤੱਤਾਂ ਦੀਆਂ ਲਹਿਰਾਂ ਜਿਕਣ ਹੋਵੇ ਹੜ੍ਹ ਦਾ ਪਾਣੀ। ਇਹਦੇ ਵਿੱਚ ਹੜਿਆਂ ਦੀ ਸਮਝੋ ਹੁੰਦੀ ਖਤਮ ਕਹਾਣੀ। ਇਹਦੇ ਵਿੱਚ ਹੜਿਆਂ ਦੀ ਸਮਝੋ ਹੁੰਦੀ ਖਤਮ ਕਹਾਣੀ। ਰਾਮ ਨਾਮ ਦਾ ਹੋੜਾ ਲਾ ਕੇ ਭਵ ਜਲ ਪਾਰ ਕਰਾਉਂਦੇ। ਜਲ ਮਰਤਾ ਸੰਸਾਰ ਜਗਤ ਵਿੱਚ ਜੇਕਰ ਸੰਤ ਨ ਆਉਂਦੇ। ਸਿਜਦਾ ਕਰਦਾ ਹੋਇਆ ਪ੍ਰਧਾਨਗੀ ਮੰਡਲ ਨੂੰ ਨਮਸਕਾਰਾਂ ਕਰਦੇ ਹੋਏ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿ ਹਰਫਾਂ ਦਾ ਨੂਰ ਆਪਣੇ ਆਪ ਦੇ ਵਿੱਚ ਨਾਮ ਬੜਾ ਸੁੰਦਰ ਹੈ। ਨੂਰ ਔਰ ਉਹ ਵੀ ਹਰਫ ਦੇ ਨਾਲ ਜੋੜ ਦੇਣਾ ਉਸ ਅਗੰਮੀ ਨੂਰ ਨੂੰ। ਹਰਫ ਇੱਥੋਂ ਪਤਾ ਲੱਗਦਾ ਕਿ ਹਰਫ ਵੀ ਕਈ ਪ੍ਰਕਾਰ ਦੇ ਹੁੰਦੇ ਨੇ। ਸਾਰੇ ਹਰਫ ਨੂਰਾਨੀ ਨਹੀਂ ਹੁੰਦੇਗੇ ਤੇ ਸਾਰੇ ਹਰਫ ਜਿਹੜੇ ਨੇ ਉਹਨਾਂ ਦੇ ਵਿੱਚ ਰੋਸ਼ਨਾਈ ਨਹੀਂ ਹੁੰਦੀਗੀ। ਰੋਸ਼ਨਾਈ ਵਾਲੇ ਹਰਫ ਕਿਹੜੇ ਨੇ ਔਰ ਉਹਨਾਂ ਦੇ ਨਾਲ ਕਿਵੇਂ ਜੁੜਨਾ ਹੈ?
ਸਾਰੀ ਕਵਿਤਾ ਦੀ ਜਿਹੜੀ ਵੇਦਨਾ ਹੈ, ਚਾਹੇ ਕਵਿਤਾ ਨਹੀਂ ਕਿ ਸਾਰੀ ਇਸ ਕਿਤਾਬ ਦੇ ਵਿੱਚ ਜੋ ਇਹਨਾਂ ਦੇ ਭਾਵ ਸੀਗੇ, ਚਾਹੇ ਉਹ ਵਾਰਤਕ ਵਿੱਚ ਆਏ, ਚਾਹੇ ਉਹ ਆਸ਼ੀਰਵਾਦ ਦੇ ਰੂਪ 'ਚ ਆਏ, ਚਾਹੇ ਕਿਸੇ ਵਿਅਕਤੀ ਨੂੰ ਸਮਝਾਉਣ ਦੇ ਰੂਪ ਦੇ ਵਿੱਚ ਆਏ, ਔਰ ਚਾਹੇ ਸੰਗਤ ਨੂੰ ਸੰਬੋਧਨ ਕਰਨ ਦੇ ਰੂਪ ਦੇ ਵਿੱਚ ਆਏ, ਉਹ ਸਾਰੇ ਦੇ ਸਾਰੇ ਆਪਣੀ ਭਾਸ਼ਾ ਨਾਲ ਲੈ ਕੇ ਆਏ ਨੇ। ਜੇ ਆਪਾਂ ਇਹਨੂੰ ਇੱਕ ਥਾਂ ਤੇ ਤੋਲਣਾ ਸ਼ੁਰੂ ਕਰ ਦਈਏ ਜਾਂ ਮੈਂ ਇੱਕ ਜੜ ਵਿਸ਼ਲੇਸ਼ਣ ਕਰਨਾ ਸ਼ੁਰੂ ਕਰਦੇ ਹਾਂ, ਪਹਿਲਾਂ ਕਵਿਤਾ ਦੇ ਪੈਮਾਨੇ ਆ ਹੁੰਦੇ ਨੇ ਤੇ ਫਿਰ ਉਹਦੇ ਉੱਪਰ ਇਹ ਕਿੰਨੀ ਕੁ ਢੁਕਦੀ ਹੈ, ਤਾਂ ਸਮਝ ਲਓ ਇਹ ਕਵਿਤਾ ਦੇ ਨਾਲ, ਇਸ ਕਿਤਾਬ ਦੇ ਨਾਲ ਅਨਿਆਂ ਹੋਵੇਗਾ, ਕਿਉਂਕਿ ਭਾਵ ਪਹਿਲਾਂ ਨੇ ਇਹਦੇ ਵਿੱਚ, ਕਵਿਤਾ ਬਾਅਦ ਦੇ ਵਿੱਚ। ਇਸੇ ਕਰਕੇ ਮੈਂ ਇਸ ਕਿਤਾਬ ਦੇ ਵਿੱਚ 3-4 ਸਾਹਿਤ ਦੀਆਂ ਕਿਸਮਾਂ ਦੇਖੀਆਂ। ਵਾਰਤਕ ਕਿਸਮ ਵੀ ਇਹਦੇ ਵਿੱਚ ਭਾਵ ਸਿੱਧੇ ਭਾਵ ਵੀ ਨੇ, ਜਿਹਦੇ 'ਚ ਨਾ ਵਾਰਤਕ ਹੈ ਨਾ ਕਵਿਤਾ, ਔਰ ਇਹਦੇ ਵਿੱਚ ਪੂਰੀ ਕਵਿਤਾ ਵੀ ਹੈ, ਮੁਕੰਮਲ ਕਵਿਤਾ ਵੀ ਹੈ, ਲੇਕਿਨ ਥੋੜ੍ਹੀਆਂ ਵੰਨਗੀਆਂ ਨੇ, ਔਰ ਇਹਦੇ 'ਚ ਅਰਧ ਕਵਿਤਾ ਵੀ ਹੈ। ਹੁਣ ਤੁਸੀਂ ਕਹੋਗੇ ਅਰਧ ਕਵਿਤਾ ਕਿਹੜੀ ਹੈ? ਜਿਹੜੀ ਅੱਧੀ ਕੁ ਕਵਿਤਾ ਬਣਦੀ ਹੈ ਲੇਕਿਨ ਅੱਗੇ ਜਾ ਕੇ ਖਿੰਡ ਜਾਂਦੀ ਹੈ, ਤੇ ਇਹਦੇ 'ਚ ਆਹ ਕਵਿਤਾ ਵੀ ਹੈਗੀ ਹੈ। ਇਹ 'ਚ ਸਾਰੇ ਵੰਨਗੀਆਂ ਹੈਗੀਆਂ ਨੇ, ਪਰ ਮੈਂ ਇਹਨੂੰ ਕਵਿਤਾ ਦੇ ਪੱਧਰ ਤੇ ਨਹੀਂ ਦੇਖਾਂਗਾ, ਮੈਂ ਇਹਨੂੰ ਸਿਰਫ ਭਾਵ ਦੇ ਪੱਧਰ ਤੇ ਦੇਖਾਂਗਾ, ਕਿਉਂਕਿ ਭਾਵ ਜਿਹੜੇ ਨੇ ਉਹ ਮਹੱਤਵਪੂਰਨ ਹੁੰਦੇ ਨੇ ਕਿ ਵਿਅਕਤੀ ਸਮਾਜ ਨੂੰ ਦੇਣਾ ਕੀ ਚਾਹੁੰਦਾ ਹੈ, ਵਿਅਕਤੀ ਦਾ ਆਪਣਾ ਸਮਾਜ ਦੇ ਪ੍ਰਤੀ ਉਹਦੀ ਸੰਵੇਦਨਾ ਕੀ ਹੈ, ਉਹਦਾ ਦਰਦ ਕੀ ਹੈਗਾ। ਸੋ ਮਹੰਤ ਹਰਪਾਲ ਦਾਸ ਜੀ ਜੋ ਲਿਖਦੇ ਨੇ ਉਹ ਉਹਨਾਂ ਰਾਹੀਂ ਸੰਚਾਰਿਤ ਕੀ ਕਰਨਾ ਚਾਹੁੰਦੇ ਨੇ। ਸੋ ਉਹ ਇਹਨਾਂ ਦੀ ਭਾਵਨਾ ਜਾਣਨ ਵਾਸਤੇ ਇਹਦੇ ਵਿੱਚ ਕਵਿਤਾ ਦੇ ਰੂਪ ਦੇ ਵਿੱਚ ਹੀ 17 ਨੇ ਕੁਝ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਮੈਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਵੀ ਸਾਹਿਤਕਾਰ ਦੀ ਸਿਧਾਂਤਕਾਰੀ ਹੁੰਦੀ ਹੈ। ਸਾਹਿਤ ਦੀ ਭਾਸ਼ਾ 'ਚ ਆਪਾਂ ਕਹਿ ਸਕਦੇ ਹਾਂ ਵੀ ਕਵੀ ਜਾਂ ਕੋਈ ਲੇਖਕ ਹੈ, ਉਹਦਾ ਕੋਈ ਸਿਧਾਂਤ ਹੁੰਦਾ ਹੈ, ਕੋਈ ਉਹਦੀ ਫਿਲਾਸਫੀ ਹੁੰਦੀ ਹੈ, ਕੋਈ ਉਹਦਾ ਦਰਸ਼ਨ ਹੁੰਦਾ ਹੈ ਕਿ ਉਹ ਦੇਣਾ ਕੀ ਚਾਹੁੰਦਾ ਹੈ। ਬੇਸ਼ੱਕ ਅੱਜ ਹਰਚੰਦਪੁਰੀ ਜੀ ਬਹੁਤ ਸਾਰੇ ਕਵੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਦੇਣਾ ਚਾਹੁੰਦੇ ਹਾਂ, ਉਹ ਖਿੰਡੇ ਹੋਏ ਹੁੰਦੇ ਨੇ। ਮੈਂ ਸਮਝਦਾ ਹੁੰਦਾ ਕਿ ਜਿਵੇਂ ਇੱਧਰ ਉੱਧਰ ਅੰਗਾਰੇ ਖਿਡਾਰੀ ਫਿਰਦੇ ਨੇ, ਉਹਨਾਂ ਨੂੰ ਜੋਤ ਨਹੀਂ ਬਣਾਉਣੀ ਆਉਂਦੀ ਕਵਿਤਾ ਦੀ, ਉਹ ਵੀ ਹੈਗੇ ਨੇ ਸਾਡੇ ਸਾਹਿਤਕਾਰ 'ਚ ਬਹੁਤ ਜ਼ਿਆਦਾ ਨੇ। ਸਿਰਫ ਉਹਨਾਂ ਨੂੰ ਹੁੰਦਾ ਕਵਿਤਾ ਛਪ ਜੇ, ਕਿਤਾਬ ਛਪ ਜੇ ਸਾਡੀ। ਲੇਕਿਨ ਇਹਨਾਂ ਦਾ ਇੱਕ ਮੈਨੂੰ ਸਾਰੀ ਕਿਤਾਬ ਪੜ੍ਹਨ 'ਤੇ ਲੱਗਿਆ ਕਿ ਘੱਟੋ ਘੱਟ ਜਿਹੜਾ ਦਰਸ਼ਨ ਹੈ ਇਹਨਾਂ ਦਾ, ਜਾਂ ਉਹਦੀ ਫਿਲਾਸਫੀ ਆ, ਜਾਂ ਜਿਹੜਾ ਥਾਟ ਪ੍ਰੋਸੈਸ ਹੈਗਾ, ਉਹ ਕਲੀਅਰ ਹੈ, ਉਹ ਸਪਸ਼ਟ ਹੈ ਕਿ ਸਮਾਜ ਨੂੰ ਕੀ ਦੇਣਾ ਚਾਹੁੰਦੇ ਨੇ। ਸੋ ਉਹ ਕੀ ਹੈ, ਮੈਂ ਕੁਝ 17 ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮਹੰਤ ਜੀ ਕਹਿੰਦੇ ਨੇ ਕਿ ਉਹ ਕਲਮਾਂ ਵਾਲਿਓ ਚਾਨਣ ਦੀ ਬਾਤ ਪਾਵੋ, ਜਿਸ ਘਰ ਵਿੱਚ ਹਨੇਰਾ ਰੋਸ਼ਨੀ ਲੈ ਜਾਓ। ਉਹ ਕਲਮਾਂ ਵਾਲਿਓ ਚਾਨਣ ਦਾ ਗੀਤ ਗਾਵੋ, ਇਨਸਾਫ ਲਈ ਜੋ ਲੜਦੇ ਜਿੱਤ ਝੋਲੀ ਪਾਵੋ। ਉਹ ਕਲਮਾਂ ਵਾਲਿਓ ਚਾਨਣ ਦੇ ਗੀਤ ਗਾਵੋ। ਸੋ ਗੀਤ ਕਿਹੜੇ ਗਾਉਣੇ ਨੇ? ਚਾਨਣ ਦੇ ਗਾਉਣੇ ਨੇ, ਇਹ ਸਪਸ਼ਟ ਹੈ। ਔਰ ਇਹਦੇ ਇਕੱਲਾ ਇਹਨਾਂ ਦੀ ਆਵਾਜ਼ ਨਹੀਂ ਗਈ, ਕਿਉਂਕਿ ਜਿਸ ਪਰੰਪਰਾ ਦੀ ਗੱਲ ਹੈ, ਚਾਹੇ ਉਦਾਸੀਨ ਪਰੰਪਰਾ ਲੈ ਲਓ, ਚਾਹੇ ਪੂਰਬੀ ਪੂਰੇ ਦਾ ਪੂਰਾ ਅਧਿਆਤਮ ਲੈ ਲਓ, ਪੂਰੇ ਸੰਸਾਰ ਦਾ ਜਿਹੜਾ ਅਧਿਆਤਮਵਾਦ ਹੈਗਾ, ਉਹਦੇ ਵਿੱਚ ਜਿੰਨੇ ਵੀ ਪੁਰਸ਼ ਇਸ ਰਸਤੇ ਤੇ ਤੁਰੇ ਨੇ, ਉਹ ਚਾਹੇ ਬੁੱਧ, ਮਹਾਵੀਰ, ਚਾਹੇ ਚਾਈਨਾ ਤੋਂ ਲਾਓਤਸੇ, ਚਾਹੇ ਸਾਡੇ ਸੂਫੀ ਕਵੀ ਨੇ, ਜਦੋਂ ਸੁਲਤਾਨ ਬਾਹੂ ਕਹਿੰਦੇ ਨੇ ਕਿ ਨਾ ਕਰ ਮਿੰਨਤਾਂ ਖਾਜ ਖਿਜਰਦੀਆਂ, ਤੇਰੇ ਅੰਦਰ ਆਬ ਹਯਾਤੀ ਹੋ। ਕਾਂਝਲਾ ਜੀ ਗੱਲਾਂ ਸੁਣਨ ਵਾਲੀਆਂ ਨੇ, ਗੱਲਾਂ ਤੁਸੀਂ ਫੇਰ ਕਰ ਲੈਣੀ। ਕੀ ਜਹੀ ਕਵਿਤਾ ਹੈ ਜੋ ਵਾਵਾ ਭਾਰੀ ਹੈ, जो वावा भारी है। शायरों ठीक है लेकिन सरकारी है, शायरों ठीक है लेकिन सरकारी है। मैं नौकरी दी भाल च हाँ, मैं नौकरी दी भाल च हाँ। अजकल सस्ता जा लिखती हाँ बई बेरोजगारी है, सस्ता जा लिखती हाँ बई बेरोजगारी है। नित हाँ जी हाँ जी, नित हाँ जी बस धौन हिलाउणी सी, नित हाँ जी बस धौन हिलाउणी सी। ये जिंदगी की शौहरत आपां दुरकारी है, ये जिंदगी की शौहरत आपां दुरकारी है। आम किसे बंदे दी हुण पुछ प्रतीत नहीं, आम किसे बंदे दी हुण पुछ प्रतीत नहीं। तुहाडे कोल रुपया पैसा अहुदेदारी है, तुहाडे कोल पैसा रुपया अहुदेदारी है। बस आपां डंग टपाउणा है, बस आपां डंग टपाउणा है, भुख ते कटनी है। इस मुल्क विच इह बंदे दी यही जिम्मेवारी है, इस मुल्क विच इह बंदे दी यही जिम्मेवारी है। धन्नवाद जी। साध मुरादी गल करदे हो, साध मुरादी गल करदे हो, सब नूं अपने वल करदे हो।
ਸਾਧ ਮੁਰਾਦੀ ਗੱਲ ਕਰਦੇ ਹੋ ਸਭ ਨੂੰ ਆਪਣੇ ਸਾਧ ਮੁਰਾਦੀ ਗੱਲ ਕਰਦੇ ਹੋ ਸਭ ਨੂੰ ਆਪਣੇ ਵੱਲ ਕਰਦੇ ਹੋ ਕਿੱਥੋਂ ਕਰੀ ਤਾਲੀਮ ਹੈ ਹਾਸਿਲ ਕਿੱਥੋਂ ਕਰੀ ਤਾਲੀਮ ਹੈ ਹਾਸਿਲ ਹਰ ਮਸਲਾ ਹੀ ਹੱਲ ਕਰਦੇ ਹੋ ਬਹੁਤ ਅੱਛਾ ਡਾਕਟਰ ਸਾਹਿਬ ਬਹੁਤ ਖੂਬ ਝੂਠ ਸੱਚ ਦਾ ਕਰੋ ਨਿਬੇੜਾ ਝੂਠ ਸੱਚ ਦਾ ਕਰੋ ਨਿਬੇੜਾ ਐਵੇਂ ਨਾ ਅੱਜ ਕੱਲ੍ਹ ਕਰਦੇ ਹੋ ਲਾਰਾ ਕਦੇ ਨਾ ਭੁੱਲ ਕੇ ਲਾਉਂਦੇ ਆਪਣੇ ਬੋਲ ਅਟੱਲ ਕਰਦੇ ਹੋ ਆਪਣੇ ਬੋਲ ਅਟੱਲ ਕਰਦੇ ਹੋ ਥਿੰਦ ਦੇ ਨਾਂ ਖੁਸ਼ੀਆਂ ਖੇੜੇ ਥਿੰਦ ਦੇ ਨਾਂ ਖੁਸ਼ੀਆਂ ਖੇੜੇ ਸੱਜਣ ਜੀ ਹਰ ਪਲ ਕਰਦੇ ਹੋ ਸੱਜਣ ਜੀ ਹਰ ਪਲ ਕਰਦੇ ਹੋ ਥੈਂਕ ਯੂ ਧੰਨਵਾਦ ਕੁੜੀਆਂ ਤਾਂ ਸੌਗਾਤਾਂ ਨੇ ਇਹ ਸੱਚੇ ਕਰਤਾਰ ਦੀਆਂ ਕੁੜੀਆਂ ਤਾਂ ਸੌਗਾਤਾਂ ਨੇ ਇਹ ਸੱਚੇ ਕਰਤਾਰ ਦੀਆਂ ਆਪਣੀਆਂ ਮਾਰਿਆਂ ਮਰਦੀਆਂ ਏ ਆਪਣੀਆਂ ਮਾਰਿਆਂ ਮਰਦੀਆਂ ਏ ਆਪਣੀਆਂ ਰੋਕਿਆਂ ਹਾਰਦੀਆਂ ਜੇ ਅੰਮੀ ਅੱਬਾ ਸਾਥ ਦੇਵੇ ਜੇ ਅੰਮੀ ਅੱਬਾ ਸਾਥ ਦੇਵੇ ਹਰ ਮੁਸ਼ਕਲ ਨੂੰ ਤਾੜਦੀਆਂ ਇਹ ਸ਼ੇਰ ਤੋਂ ਬਾਅਦ ਮੈਂ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਦਰ ਉੱਤੇ ਬੈਠਿਆਂ ਸ਼ਿਤਮੀ ਬਾਜਾਂ ਨੂੰ ਰੋਕੋ ਦਰ ਉੱਤੇ ਬੈਠਿਆਂ ਸ਼ਿਤਮੀ ਬਾਜਾਂ ਨੂੰ ਰੋਕੋ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਸਾਡੀਆਂ ਤਨਾਂ ਤੇ ਗੰਦਗੀ ਨਹੀਂ ਇਹ ਕੁਦਰਤ ਭਰੇ ਗਵਾਹੀ ਥੋੜੇ ਮੰਦਿਆਂ ਇਹ ਗੰਦਿਆਂ ਅੰਦਾਜ਼ਾਂ ਨੂੰ ਰੋਕੋ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਪੈਰੀ ਝਾਂਜਰ ਵੀ ਤਾਂ ਤੁਸੀਂ ਹੀ ਪਾਈ ਹੈ ਪੈਰੀ ਝਾਂਜਰ ਵੀ ਤਾਂ ਤੁਸੀਂ ਹੀ ਪਾਈ ਹੈ ਹੁਣ ਆਖਦਿਓ ਛਣ ਦੀਆਂ ਆਵਾਜ਼ਾਂ ਨੂੰ ਰੋਕੋ ਦੋਸ਼ ਨਾ ਲਾਓ ਲੋਕੋ ਸਾਡੀਆਂ ਖੰਭਾਂ ਤੇ ਜੇ ਤੈਂ ਦਰਸ ਸੱਜਣ ਦਾ ਕਰਨਾ ਜੇ ਤੈਂ ਦਰਸ ਸੱਜਣ ਦਾ ਕਰਨਾ ਕੱਚੇ ਘੜੇ ਤੇ ਸਿੱਖ ਲੈ ਤਰਨਾ ਪਾਰ ਚ ਨਾ ਤੋਂ ਲਾਵੇ ਜਿਹੜਾ ਯਾਰ ਬਣਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਬੁੱਲੇ ਸ਼ਾਹ ਨੇ ਪੀਰ ਮਨਾਇਆ ਭੇਖ ਜਨਾਨਾ ਨਾ ਸ਼ਰਮਾਇਆ ਨੱਚਣਾ ਬਣੂ ਇਬਾਦਤ ਤੇਰੀ ਘੱਗਰੀ ਪਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਇਹ ਦੁਨੀਆ ਸਭ ਤਿਲਕਣ ਬਾਜੀ ਹਾਰੇ ਪੰਡਤ ਮੁੱਲਾ ਕਾਜੀ ਇਲਮ ਕਤੇਬਾਂ ਠੱਪ ਕਰਕੇ ਇੱਕ ਅਲਫ ਪਕਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਰਾਂਝਾ ਯਾਰ ਬੁੱਗਲ ਵਿੱਚ ਖੇਲੇ ਭੁੱਲੀ ਹੀਰ ਫੇਰੇ ਵਿੱਚ ਵੇਲੇ ਜੇ ਤਾਂ ਰਾਂਝਾ ਪ੍ਰਗਟ ਕਰਨਾ ਬੰਜਲੀ ਵਜਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਾਰ ਯਤਨ ਬਣਾ ਲੈ ਤੂੰ ਮਿਲਦੇ ਕੱਚੇ ਯਾਰ ਹਜ਼ਾਰਾਂ ਧੋਖਾ ਦਿੰਦੇ ਅੱਧ ਵਿਚਕਾਰਾਂ ਜੋ ਡੁੱਬਦਿਆਂ ਨੂੰ ਪਾਰ ਲੰਘਾਵੇ ਉਸ ਨਾਲ ਲਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਜਿਸ ਨੂੰ ਨੈਣ ਸੱਜਣ ਦੇ ਲੜਦੇ ਥਲ ਵਿੱਚ ਸੜਦੇ ਸੂੜੀ ਚੜ੍ਹਦੇ ਬਣ ਪਰਵਾਨਾ ਨੂਰ ਸਮਾਂ ਦਾ ਜੋਤ ਜਗਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਲੰਮੀ ਰੇਲ ਆਜਲ ਦੀ ਆਊ ਕਿਤੇ ਨਾ ਰੁਕਣੀ ਦੂਰ ਲਿਜਾਊ ਫੇਰ ਨਹੀਂ ਕੋਈ ਡਰ ਟੀਟੀ ਦਾ ਕੋਈ ਗੁਰੂ ਬਣਾ ਲਾ ਕਹਿੰਦੇ ਫੇਰ ਨਹੀਂ ਕੋਈ ਡਰ ਟੀਟੀ ਦਾ ਟਿਕਟ ਕਟਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਨਾ ਮੁੱਕਣਾ ਇਹ ਗੇਰ 84 ਮੁੜ ਪੈਣੀ ਜੰਮ ਦੀ ਫਾਸੀ ਚਰਨ ਗੁਰੂ ਦੇ ਪਕੜ ਜੋਰਿਆ ਚੱਕਰ ਮਕਾ ਲੈ ਤੂੰ ਜਿੰਦੜੀਏ ਜੇ ਭਵ ਸਾਗਰ ਤਰਨਾ ਕੋਈ ਯਤਨ ਬਣਾ ਲੈ ਤੂੰ ਕਿੱਥੋਂ ਭਾਲੇ ਕਿਣਮਣ ਕਣੀਆਂ ਕਿੱਥੋਂ
ਭਾਲੇ ਕਿਣਮਣ ਕਨੀਆਂ ਬੱਦਲ ਹਲਕੇ ਭਾਰੇ ਹੈ ਨੀ। ਕਿੱਥੋਂ ਭਾਲੇ ਕਿਣਮਣ ਕਨੀਆਂ ਬੱਦਲ ਹਲਕੇ ਭਾਰੇ ਹੈ ਨੀ। ਧਰਤੀ ਤੇ ਖਤਰੇ ਵਿੱਚ ਸਬਜ਼ਾ ਅੰਬਰ ਉੱਤੇ ਤਾਰੇ ਹੈ ਨੀ। ਧਰਤੀ ਤੇ ਖਤਰੇ ਵਿੱਚ ਸਬਜ਼ਾ ਔਰ ਅੰਬਰ ਉੱਤੇ ਤਾਰੇ ਹੈ ਨੀ। ਪਿੰਡ ਭੰਬੀਰੀ ਵੇਚਣ ਆਈ ਲੋਕ ਸਿਆਸਤ ਤੋਂ ਕਿਉਂ ਪਰਚਮ। ਪਿੰਡ ਭੰਬੀਰੀ ਵੇਚਣ ਆਈ ਲੋਕ ਸਿਆਸਤ ਤੋਂ ਕਿਉਂ ਪਰਚਮ। ਹਰੇ ਕਚੂਰ ਤੇ ਨੀਲੇ ਚਿੱਟੇ ਪੀਲੇ ਲਾਲ ਗੁਬਾਰੇ ਹੈ ਨਹੀਂ। ਔਰ ਜੀ ਨਵਾਜ਼ੇ ਸ਼ੁਕਰੀਆ ਕਿ ਢੀਂਗਾ ਮਾਰੇ ਜਿਨ੍ਹਾਂ ਉੱਤੇ ਤੇਰੇ ਲਫ਼ਜ਼ਾਂ ਦੀ ਦਰਗਾਹ ਤੇ। ਢੀਂਗਾ ਮਾਰੇ ਜਿਨ੍ਹਾਂ ਉੱਤੇ ਤੇਰੇ ਲਫ਼ਜ਼ਾਂ ਦੀ ਦਰਗਾਹ ਤੇ। ਪੈਣ ਪਚਰ ਕੇ ਪੜਨ ਫਾਤਿਆ ਪਹੁੰਚੇ ਅੱਧੇ ਸਾਰੇ ਹੈ ਨਹੀਂ। ਪਹੁੰਚੇ ਅੱਧੇ ਸਾਰੇ ਹੈ ਨਹੀਂ ਜੀ ਸ਼ੁਕਰੀਆ। ਔਰ ਡੇਢ ਤੁਕੀਆਂ ਥੋੜਾ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰੂੰਗਾ, ਕੁਝ ਸ਼ੇਰ ਤੇ ਥੋੜੀ ਜੀ ਮੈਂ ਗੀਤ ਦੀ ਗੱਲ ਕਰੂੰਗਾ। ਜਿਹੜਾ ਰੰਗ ਆ ਇਹਦੇ 'ਚ ਸੂਫੀਆਨਾ ਰੰਗ ਆ। ਇਸ ਗਜ਼ਲ ਦੇ ਵਿੱਚ ਸੰਭਲ ਜਾ ਓਏ ਯਾਰ ਮੁਕੰਦਿਆ ਸੰਭਲ ਜਾ। ਸੰਭਲ ਜਾ ਓਏ ਯਾਰ ਮੁਕੰਦਿਆ ਸੰਭਲ ਜਾ। ਸੰਭਲ ਜਾ ਇਸ ਧਰਤ ਦੇ ਬੰਦਿਆ ਸੰਭਲ ਜਾ। ਆਪਣੇ ਹੱਥੀਂ ਸਾੜੇ ਆਪਣੀ ਕੁੱਲੀ ਤੂੰ। ਆਪਣੇ ਹੱਥੀਂ ਸਾੜੇ ਆਪਣੀ ਕੁੱਲੀ ਤੂੰ। ਇਸ ਧਰਤੀ ਦੇ ਅੜਬ ਬਸੰਦਿਆ ਸੰਭਲ ਜਾ। ਭੁੱਲਿਆ ਫਿਰਦਾ ਆਪਣੇ ਧਰਮਾਂ ਕਰਮਾਂ ਨੂੰ। ਭੁੱਲਿਆ ਫਿਰਦਾ ਆਪਣੇ ਧਰਮਾਂ ਕਰਮਾਂ ਨੂੰ। ਕਰਦਾ ਜੀਆ ਘਾਤ ਦਰਿੰਦਿਆ ਸੰਭਲ ਜਾ। ਮੈਂ ਮੇਰੀ ਤੇ ਖੜ ਗਈ ਕਾਹਤੋਂ ਸੋਚ ਤੇਰੀ। ਬਾਬਾ ਜੀ ਮੈਂ ਮੇਰੀ ਤੇ ਖੜ ਗਈ ਕਾਹਤੋਂ ਸੋਚ ਤੇਰੀ। ਮੋਹ ਮਾਇਆ ਦੇ ਜਾਲ ਫਸੰਦਿਆ ਸੰਭਲ ਜਾ। ਵਾਤਾਵਰਨ ਤੇ ਮਨ ਆਪਣਾ ਪਾਲੀਤ ਕਰੇ। ਵਾਤਾਵਰਨ ਤੇ ਮਨ ਆਪਣਾ ਪਲੀਤ ਕਰੇ। ਉੱਪਰੋਂ ਨਿਰਮਲ ਅੰਦਰੋਂ ਗੰਦਿਆ ਸੰਭਲ ਜਾ। ਨਿਮਰਤਾ ਸਤਿਕਾਰ ਪਿਆਰ ਸਭ ਭੁੱਲ ਗਿਆ। ਨਿਮਰਤਾ ਸਤਿਕਾਰ ਪਿਆਰ ਸਭ ਭੁੱਲ ਗਿਆ। ਧਰਤੀ ਉੱਤੇ ਰਾਜ ਕਰਨ ਦਿਆ ਸੰਭਲ ਜਾ। ਜ਼ੋਰ ਜ਼ਬਰ ਨਾਲ ਕਬਜ਼ੇ ਕਰਦਾ ਰਹਿਣਾ ਤੂੰ। ਜ਼ੋਰ ਜ਼ਬਰ ਨਾਲ ਕਬਜ਼ੇ ਕਰਦਾ ਰਹਿਣਾ ਤੂੰ। ਮੌਤ ਉੱਤੇ ਨਾ ਜ਼ੋਰ ਪਰੰਦਿਆ ਸੰਭਲ ਜਾ। ਲਾਗੂ ਕਰਦਾ ਆਪਣੀ ਬੋਲੀ ਸੱਭਿਆਚਾਰ। ਲਾਗੂ ਕਰਦਾ ਆਪਣੀ ਬੋਲੀ ਸੱਭਿਆਚਾਰ। ਹੋਰਾਂ ਤਾਈਂ ਦੱਸ ਕਿਉਂ ਰੰਦਿਆ ਸੰਭਲ ਜਾ। ਬਣ ਜਾ ਤੂੰ ਇਨਸਾਨ ਕਹੇ ਹਰਚੰਦਪੁਰੀ। ਬਣ ਜਾ ਤੂੰ ਇਨਸਾਨ ਕਹੇ ਹਰਚੰਦਪੁਰੀ। ਇਸ ਧਰਤੀ ਦੇ ਸੂਰਜ ਚੰਦਿਆ ਸੰਭਲ ਜਾ। ਇਸ ਧਰਤੀ ਦੇ ਸੂਰਜ ਚੰਦਿਆ ਸੰਭਲ ਜਾ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਗੀਤ ਆ ਉਜਾੜੇ ਦਾ ਗੀਤ। ਉਹ ਦਰਦ ਜੋ ਅੱਜ ਪੰਜਾਬ ਦੀ ਧਰਤੀ ਨੇ ਝੱਲਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤੀ ਨਹੀਂ ਗੱਲ ਕਰੂੰਗਾ, ਇੱਕ ਦੋ ਹੀ ਸਟੈਂਜੇ ਸੁਣਾਊਂਗਾ। ਪੱਤ ਵੇਖ ਕੇ ਹੰਝੂ ਕੇਰਨ ਖਾਲੀ ਹੋਈ ਡਾਲੀ। ਪੱਤ ਵੇਖ ਕੇ ਹੰਝੂ ਕੇਰਨ ਖਾਲੀ ਹੋਈ ਡਾਲੀ। ਛੱਡ ਆਲਣੇ ਤੁਰ ਗਏ ਪੰਛੀ ਕਰ ਕਰ ਟਾਹਣਾ ਖਾਲੀ। ਛੜ ਛੜ ਪੰਛੀ ਉੜਦੇ ਜਾਵਣ ਰੁੱਖ ਮਾਰਦੇ ਧਾਹਾਂ। ਇਹ ਪ੍ਰਵਾਸੀ ਮੁੜ ਨਾ ਆਵਣ ਅੰਦਰੋਂ ਨਿਕਲਣ ਆਹਾਂ। ਜਦੋਂ ਪੰਜਾਬੀ ਰਹਿਣ ਬਸੇਰੇ ਹੋਣ ਜਦੋਂ ਨਿਤ ਖਾਲੀ। ਛੱਡ ਆਲਣੇ ਤੁਰ ਗਏ ਪੰਛੀ ਕਰ ਕਰ ਟਾਹਣਾ ਖਾਲੀ। ਛੱਡ ਕੇ ਤੁਰ ਗਏ ਮਾਂ ਮਿੱਟੀ ਨੂੰ ਕਿਰਤਾਂ ਦੇ ਹਮਸਾਏ। ਥਾਂ ਉਪਰੀ ਚੋਗਾ ਚੁਗਦੇ ਯਾਦ ਵਤਨ ਦੀ ਆਏ। ਜੋ ਉੱਚੀ ਸਭਤਾ ਦੇ ਮਾਲਕ ਜੋ ਇਸ ਧਰਤ ਦੇ ਵਾਲੀ। ਛੱਡ ਆਲਣੇ ਤੁਰ ਗਏ ਪੰਛੀ ਕਰ ਕਰ ਟਾਹਣਾ ਖਾਲੀ। ਛੱਡ ਆਲਣੇ ਤੁਰ ਗਏ ਪੰਛੀ ਕਰ ਕਰ ਟਾਹਣਾ ਖਾਲੀ। ਉਹ ਕਹਿ ਰਹੇ ਨੇ ਬਹੁਤ ਉਸਾਰ ਲਈਆਂ ਨੇ ਦੀਵਾਰਾਂ। ਬਹੁਤ ਕਰ ਲਏ ਨੇ ਤੰਗ ਦਾਇਰੇ। ਬਹੁਤ ਬਣਾ ਲਏ ਨੇ ਆਪਣੇ ਪਿੰਜਰੇ। ਆਓ ਅੱਜ ਕੋਸ਼ਿਸ਼ ਕਰੀਏ ਪੱਕੀਆਂ ਦੀਵਾਰਾਂ ਗਿਰਾਉਣ ਦੀ, ਦਾਇਰਿਆਂ 'ਚੋਂ ਬਾਹਰ ਨਿਕਲ ਜਾਣ ਦੀ ਤੇ ਪਿੰਜਰਿਆਂ ਨੂੰ ਤੋੜਨ ਦੀ। ਇਹ ਦਵਿੰਦਰ ਸੈਫੀ ਜੀ ਦੀ ਗੱਲਾਂ ਕਰ ਰਿਹਾ ਮੈਂ। ਅੱਜ ਮੱਕੇ ਤੋਂ ਅਯੋਧਿਆ ਤੱਕ ਦਾ ਸਫ਼ਰ ਕਰਕੇ ਰਾਮ ਦੇ ਘਰ ਵਿੱਚ ਕੁਰਾਨ ਦਾ ਸਵਾਗਤ ਹੋਣ ਜਾਣ ਦਿਓ ਤੇ ਅਯੋਧਿਆ ਤੋਂ ਮੱਕੇ ਤੱਕ ਪਹੁੰਚ ਕੇ ਮੁਹੰਮਦ ਦੇ ਘਰ ਵਿੱਚ ਰਮਾਇਣ ਨੂੰ ਪ੍ਰਵੇਸ਼ ਕਰਨ ਜਾਣ ਦਿਓ। ਦੇਖੋ ਕਿੱਥੇ ਤੱਕ ਇਹਨਾਂ ਦੀ ਸੈਫੀ ਸਾਹਿਬ ਦੇ ਵਿਚਾਰ ਜਾ ਰਹੇ ਨੇ। ਮਹੰਤ ਜੀ ਨੂੰ ਖਾਸ ਮੈਂ ਕਹੂੰਗਾ ਜੀ ਸਰ ਜੀ। ਹੁਣ ਈਸਾ ਦੀ ਸੂਲੀ ਨੂੰ ਵੀ ਲੈ ਆਓ ਕਰਮ ਮੁਕਤ ਮਹਾਵੀਰ ਤੱਕ, ਤਾਂ ਜੋ ਇਹ ਸੂਲੀ ਵੀ ਬਣ ਜਾਏ ਫੁੱਲਾਂ ਦੀ ਸੇਜ
ਤੇ ਈਸਾ ਨੂੰ ਬਸਤਰ ਉਤਾਰ ਕੇ ਨੰਗੇ ਪੈਰੀ ਚੱਲਣ ਦਿਓ। ਜਥਰਥ ਨੂੰ ਕਰ ਦਿਓ ਮੁਕਤ ਨੀਤਸੇ ਦੇ ਗੁੰਝਲਦਾਰ ਸ਼ਬਦਾਂ ਤੋਂ, ਉਸ ਨੂੰ ਵੀ ਧੰਨੇ ਜੱਟ ਦਾ ਸਿੱਧਾ ਜਿਹਾ ਆਰਤਾ ਗਾਣ ਦਿਓ ਤੇ ਧੰਨੇ ਨੂੰ ਕੁਝ ਦੇਰ ਨੀਤਸੇ ਦੇ ਹਵਾਲੇ ਹੋ ਜਾਣ ਦਿਓ। ਹੁਣ 4 ਵਾਕ ਦੇ ਮਣਕਿਆਂ ਨੂੰ ਵੀ ਪਰੋ ਦਿਓ ਵੇਦਾਂ ਦੀ ਮਾਲਾ ਵਿੱਚ। ਹੁਣ 4 ਵਾਕ ਦੇ ਮਣਕਿਆਂ ਨੂੰ ਵੀ ਪਰੋ ਦਿਓ ਵੇਦਾਂ ਦੀ ਮਾਲਾ ਵਿੱਚ, ਤੇ ਵੇਦਾਂ ਦੀ ਮਾਲਾ ਨੂੰ 4 ਵਾਕ ਦੀ ਕਸਵੱਟੀ ਤੇ ਚੜ੍ਹ ਜਾਣ ਦਿਓ। ਮੁਬਾਰਕਬਾਦ ਦਊਂਗਾ ਸੈਫੀ ਸਾਹਿਬ ਨੂੰ। ਕਦੇ ਲੌਤਸੇ ਨੂੰ ਵੀ ਚੱਲਣ ਦਿਓ ਕਨਫਿਊਸ਼ਿਸ ਦੇ ਅਨੁਸ਼ਾਸਨ ਵਿੱਚ, ਤੇ ਕਦੇ ਕਨਫਿਊਸ਼ਿਸ ਨੂੰ ਲੌਤਸੇ ਦੇ ਖੁੱਲ੍ਹੇ ਆਕਾਸ਼ ਵਿੱਚ ਉਡਾਰੀਆਂ ਲਾਉਣ ਦਿਓ। ਹੁਣ ਗੋਰਖ ਨੂੰ ਵੀ ਲੈ ਆਓ ਬ੍ਰਿੰਦਾਵਨ ਦੀਆਂ ਗੋਪੀਆਂ ਵਿਚਕਾਰ, ਤੇ ਨਾਥ ਬਾਣੀ ਵਿਚਲੀ ਬਾਗਣ ਵਾਲੀ ਧਾਰਨਾ ਦਾ ਰਾਮਲੀਲਾ ਸੰਗ ਟਾਕਰਾ ਹੋ ਜਾਣ ਦਿਓ। ਜਰਾ ਮਾਓ ਨੂੰ ਵੀ ਰੱਖਣ ਦਿਓ ਅਹਿੰਸਾ ਦਾ ਸਵਾਦ, ਜਰਾ ਮਾਓ ਨੂੰ ਵੀ ਚੱਖਣ ਦਿਓ ਅਹਿੰਸਾ ਦਾ ਸਵਾਦ, ਤੇ ਗਾਂਧੀ ਨੂੰ ਲੈਲਨ ਦੇ ਨੇੜੇ ਹੋ ਕੇ ਕ੍ਰਾਂਤੀ ਬਾਰੇ ਕੁਝ ਸੋਚਣ ਦਿਓ। ਹੁਣ ਵਿਗਿਆਨ ਨੂੰ ਵੀ ਲੱਭ ਲੈਣ ਦਿਓ ਮੁੱਦਤਾਂ ਦੀ ਗਵਾਚੀ ਆਤਮਾ, ਤੇ ਆਤਮਾ ਨੂੰ ਆਇਨਸਟੀਨ ਦੀ ਪ੍ਰਯੋਗਸ਼ਾਲਾ ਵਿੱਚ ਜਾ ਕੇ ਸਾਪੇਖਤਾ ਦੇ ਪ੍ਰਮਾਣੂਆਂ ਨਾਲ ਜਾਣ ਪਛਾਣ ਕਰ ਲੈਣ ਦਿਓ। ਵਾਹ ਸੈਫੀ ਜੀ। ਹੁਣ ਔਰੰਗਜ਼ੇਬ ਨੂੰ ਵੀ ਕਰ ਦਿਓ ਤਾਨਸੇਨ ਦੇ ਸਪੁਰਦ, ਤੇ ਬੀਨਾ ਨੂੰ ਉਸ ਦੀ ਸੁੰਨੀ ਦੀਵਾਰ ਹੇਠ ਦੱਬਿਆ ਸੰਗੀਤ ਬਾਹਰ ਲਿਆਉਣ ਦਿਓ। ਅੱਜ ਮਨੂ ਦੇ ਆਸ-ਪਾਸ ਦੀ ਗੂੰਜਣ ਦਿਓ ਮਰਦਾਨੇ ਦੀ ਰਵਾਬ, ਤੇ 100 ਵਰਨਾਂ ਦੀ ਸਾਂਝੀ ਬਾਣੀ ਨੂੰ ਉਹਦੀ ਵਰਨ ਵੰਡ ਮਿਟਾਉਣ ਦਿਓ। ਖੋਲ੍ਹ ਦਿਓ ਆਪਣੇ ਹਿਰਦੇ ਦੇ ਦਰਵਾਜ਼ੇ, ਇਸ ਵਿੱਚ ਇੱਕ ਦੀ ਬਜਾਏ ਅਸੰਖ ਨੂੰ ਪ੍ਰਵੇਸ਼ ਕਰ ਜਾਣ ਦਿਓ, ਤੇ ਅਸੰਖ ਨੂੰ ਅਸੰਖ ਨਾਲ ਮਿਲ ਕੇ ਉਮਰ ਖਿਆਮ ਦਾ ਜਾਮ ਛਲਕਾਉਣ ਦਿਓ। ਵਾਹ ਸੈਫੀ ਸਾਹਿਬ। ਤੇ ਫਿਰ ਮੀਰਾ ਵਾਰਿਸ ਤੇ ਬੁੱਲੇ ਸ਼ਾਹ ਨਾਲ ਰਲ ਕੇ ਬੇਪਰਵਾਹੀ ਭਰੀ ਇਸ਼ਕੀਆ ਸੁਰ ਅਲਾਪਣ ਦਿਓ। ਨਾ ਰਹਿਣ ਦੀਵਾਰਾਂ, ਨਾ ਦਾਇਰੇ, ਨਾ ਪਿੰਜਰੇ, ਨਾ ਇਹਨਾਂ ਨੂੰ ਬਣਾਉਣ ਵਾਲੇ ਠੇਕੇਦਾਰ। ਇਹੋ ਜਿਹਾ ਝੱਖੜ ਇੱਕ ਵਾਰ ਝੁੱਲ ਜਾਣ ਦਿਓ, ਤਾਂ ਜੋ ਵੇਖ ਲਈਏ ਹੱਦਾਂ ਤੋਂ ਬਿਨਾਂ ਧਰਤੀ ਦੇ ਅਖੰਡ ਆਦਮੀ। ਧੰਨਵਾਦ। ਕੱਲਾ ਰਹਿਣਾ ਸਿੱਖ ਲੈ ਤੂੰ ਦਿਲਾਂ ਮੇਰਿਆ, ਧੋਖੇਬਾਜ਼ੀ ਸੱਜਣ ਕਮਾਈ ਜਾਂਦੇ ਨੇ, ਖੁਸ਼ੀਆਂ ਨਾ ਜ਼ਿੰਦਗੀ 'ਚ ਸਦਾ ਰਹਿੰਦੀਆਂ, ਕਦੇ ਨਾ ਕਦੇ ਤਾਂ ਦੁੱਖ ਆਈ ਜਾਂਦੇ ਨੇ। ਕੱਲਾ ਰਹਿਣਾ ਸਿੱਖ ਲੈ ਤੂੰ ਦਿਲਾਂ ਮੇਰਿਆ, ਧੋਖੇਬਾਜ਼ੀ ਸੱਜਣ ਕਮਾਈ ਜਾਂਦੇ ਨੇ। ਉਹਨਾਂ ਪਿੱਛੇ ਜਾਏਗਾ ਤੂੰ ਜਿੰਨਾ ਸੱਚ ਬੋਲੇਗਾ, ਮਿਲਣੇ ਨੇ ਹੰਝੂ ਉੱਥੋਂ ਜਿੱਥੇ ਖੂਨ ਡੋਲੇਗਾ। ਜਿਹੜੇ ਤੈਨੂੰ ਜਾਨ ਤੋਂ ਪਿਆਰੇ ਲੱਗਦੇ, ਜ਼ਖਮਾਂ ਤੇ ਪੈਰੀ ਉਹ ਟਕਾਈ ਜਾਂਦੇ ਨੇ। ਕੱਲਾ ਰਹਿਣਾ ਸਿੱਖ ਲੈ ਤੂੰ ਦਿਲਾਂ ਮੇਰਿਆ, ਧੋਖੇਬਾਜ਼ੀ ਸੱਜਣ ਕਮਾਈ ਜਾਂਦੇ ਨੇ। ਜਿਨ੍ਹਾਂ ਦੀਆਂ ਮੰਗਦਾ ਤੂੰ ਖੈਰਾਂ ਚੋਲੀ ਅੱਡ ਕੇ, ਦੂਰ ਤੁਰ ਜਾਣਗੇ ਉਹ ਤੈਨੂੰ ਰੋਂਦਾ ਛੱਡ ਕੇ। ਰੱਬ ਨਾਲੋਂ ਵੱਧ ਹੈ ਭਰੋਸਾ ਜਿਨ੍ਹਾਂ ਤੇ, ਜ਼ਖਮਾਂ ਤੇ ਪੈਰੀ ਉਹ ਟਕਾਈ ਜਾਂਦੇ ਨੇ। ਕੱਲਾ ਰਹਿਣਾ ਸਿੱਖ ਲੈ ਤੂੰ ਦਿਲਾਂ ਮੇਰਿਆ, ਧੋਖੇਬਾਜ਼ੀ ਸੱਜਣ ਕਮਾਈ ਜਾਂਦੇ ਨੇ। ਮੰਡੀ ਦੇ ਮਿੱਤਲਾ ਤੂੰ ਮਨ ਸਮਝਾਵੇ, ਝੂਠੇ ਸੱਜਣਾ ਦਾ ਪਿਆਰ ਦਿਲ ਤੇ ਨਾ ਲਾਵੇ। ਚੱਲੀ ਆਉਂਦੀ ਰੀਤ ਏ ਪੁਰਾਣੀ ਜੱਗ ਦੀ, ਮਤਲਬ ਕੱਢ ਠੁਕਰਾਈ ਜਾਂਦੇ ਨੇ। ਖੁਸ਼ੀਆਂ ਨਾ ਜ਼ਿੰਦਗੀ 'ਚ ਸਦਾ ਰਹਿੰਦੀਆਂ, ਕਦੇ ਨਾ ਕਦੇ ਤਾਂ ਦੁੱਖ ਆਈ ਜਾਂਦੇ ਨੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। बहुत ही सत्कारयोग महंत हरपाल दास जी और अतवंते सज्जन अदीब लोग, गुलजार रोशन जी, मेरे सामने नरेंद्र सिंह जी बैठे हैं। 1983 तो मेरे मित्र ने है नरेंद्र सिंह जी।
ਪ੍ਰੋਫੈਸਰ ਸਾਹਿਬ। ਸੋ ਆਪ ਸਾਰੀਆਂ ਸੰਗਤਾਂ, ਵਿਦਵਾਨ ਲੋਕ ਸਾਰੇ ਬੈਠੇ ਹੋ ਤੁਸੀਂ, ਸਾਰਿਆਂ ਨੂੰ ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀਆਂ ਆਪ ਜੀ ਨੇ ਕਵਿਤਾਵਾਂ ਪੜ੍ਹੀਆਂ ਨੇ, ਤੋ ਮਨ ਨੂੰ ਟੁੰਬਦੀਆਂ ਨੇ ਕਵਿਤਾਵਾਂ। ਕਵਿਤਾ ਉਹੀ ਚੰਗੀ ਹੁੰਦੀ ਹੈ ਜਿਹੜੀ ਮਨ ਨੂੰ ਟੁੰਬੇ, ਮਨ 'ਤੇ ਅਸਰ ਕਰੇ। ਔਰ ਸਾਡੇ 'ਤੇ ਜਿਹੜੀ ਹੈ ਉਹ ਗੁਰਬਾਣੀ ਦਾ ਜਿਹੜਾ ਉਹ ਪ੍ਰਭਾਵ ਹੁੰਦਾ। ਇੱਥੇ ਵੀ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਪਰਮਾਣੂ ਨੇਗੇ ਉਹ ਕੰਮ ਕਰਦੇ ਆ, ਅਟਰੈਕਟ ਕਰਦੇ ਆ। ਮੈਂ ਉਦਾਸੀਨ ਸੰਪਰਦਾ ਦੇ ਉੱਤੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਹੈ, ਮੈਂ ਉੱਥੇ ਪੰਜਾਬੀ ਜਿਹੜੀ ਪ੍ਰੈਸ ਹੈਗਾ ਆਪਣਾ ਕਲੱਬ ਜਲੰਧਰ, ਉੱਥੇ ਗਿਆ ਸੀਗਾ। ਉੱਥੇ ਸਵਾਮੀ ਸ਼ਾਂਤਾਨੰਦ ਜੀ ਵੀ ਆਏ ਸੀ, ਉਹ ਪ੍ਰਧਾਨਗੀ ਕਰ ਰਹੇ ਮਹਾਮੰਡਲੇਸ਼ਵਰ ਨੇ ਉਦਾਸੀ ਸੰਪਰਦਾ ਦੇ। ਉਹਨਾਂ ਨੇ ਮੈਨੂੰ ਬਾਅਦ ਵਿੱਚ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਸਾਡੇ 'ਤੇ ਉਦਾਸੀ ਸੰਪਰਦਾ 'ਤੇ ਵੀ ਕੰਮ ਕਰੋ, ਤੁਸੀਂ ਨਿਰਮਲ ਸੰਪਰਦਾ 'ਤੇ ਕੰਮ ਕਰਦੇ ਹੋ। ਮੇਰਾ ਨਿਰਮਲ ਸੰਪਰਦਾ ਦੇ ਉੱਤੇ ਜ਼ਿਆਦਾ ਕੰਮ ਹੈ, ਖੋਜ ਕਾਰਜ ਮੈਂ ਨਿਰਮਲ ਸੰਪਰਦਾ 'ਤੇ ਕਰਦਾ। ਹੁਣ ਉਦਾਸੀ ਸੰਪਰਦਾ 'ਤੇ ਕੀਤਾ, ਅਤੇ ਉਦਾਸੀ ਜਿੰਨੇ ਵੀ ਸਾਧੂ ਮਹਾਤਮਾ ਨੇ ਉਹ ਮੈਨੂੰ ਬਹੁਤ ਪਿਆਰ ਦਿੰਦੇ ਆ, ਬਹੁਤ ਸਤਿਕਾਰ ਦਿੰਦੇ ਆ। ਉਹੀ ਜਿਹੜੇ ਪਰਮਾਣੂ ਨੇ ਉਹ ਮਹੰਤ ਹਰਪਾਲ ਦਾਸ ਜੀ ਨੇ ਮੈਨੂੰ ਇੱਥੇ ਖਿੱਚ ਲਿਆ। ਇਹ ਵੀ ਉਦਾਸੀਨ ਸੰਪਰਦਾ 'ਚੋਂ ਨੇ। ਇਹਨਾਂ ਨੇ ਬਚਨ ਕੀਤਾ ਆਓ ਨਾਲੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਿਓ। ਅੱਜ ਆ ਜਿਹੜੀ ਪੁਸਤਕ ਹੈ ਰਿਲੀਜ਼ ਹੋਣੀ ਹੈ, ਔਰ ਉਹ ਰਿਲੀਜ਼ ਸਮਾਗਮ ਦੇ ਨਾਲੇ ਤੁਸੀਂ ਆਪਣੀਆਂ ਪੁਸਤਕਾਂ ਵੀ ਦੇ ਜਾਇਓ। ਤੋ ਇਹ ਜਿਹੜੀਆਂ ਉਦਾਸੀ ਸੰਪਰਦਾ ਉੱਤੇ ਕੋਈ ਵੀ ਕਿਤਾਬ ਨਹੀਂ ਸੀ ਹੈਗੀ, ਤੋ ਇਹ ਇੱਕ ਨਵੀਂ ਕਿਤਾਬ ਹੈ ਜਿਹੜੀ ਉਦਾਸੀ ਸੰਪਰਦਾ 'ਤੇ ਬਹੁਤ ਵਧੀਆ ਜਿਹੜੀ ਹੈ ਉਹ ਇਹਦਾ ਰਿਸਪੌਂਸ ਆਇਆ ਵਰਲਡ ਦੇ ਵਿੱਚ। ਮੇਰਾ ਨਾਂ ਦੁਨੀਆ ਦੇ ਵਿੱਚ ਇਸ ਕਿਤਾਬ ਨੇ ਕਰਤਾ ਰੋਸ਼ਨ ਜੀ, ਤੋ ਰੋਸ਼ਨ ਕਰਤਾ ਮੇਰਾ ਨਾਂ ਇਸ ਕਿਤਾਬ ਨੇ। ਸੋ ਮਤਲਬ ਕਿ ਹੁੰਦੀ ਹੈ ਸਾਧੂ ਸੰਤਾਂ ਮਹਾਤਮਾ ਦੀ ਕਿਰਪਾ। ਮੇਰੀ ਦਰਦ ਕਹਾਣੀ ਨੂੰ ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ, ਰੋਕੋ ਇਸ ਜਵਾਨੀ ਨੂੰ। ਬਹੁਤ ਅੱਛਾ ਜੀ, ਬਹੁਤ ਅੱਛਾ। ਕੰਨ ਖੋਲ ਕੇ ਸੁਣ ਲੋ ਲੋਕਾ ਮੇਰੀ ਦਰਦ ਕਹਾਣੀ ਨੂੰ, ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ, ਰੋਕੋ ਇਸ ਜਵਾਨੀ ਨੂੰ। ਕਿੱਥੇ ਨੇ ਅੱਜ ਛਿੰਝਾਂ ਮੇਲੇ ਜਾ ਕੇ ਭੰਗੜੇ ਪਾਉਂਦੇ ਸੀ, ਸ਼ੌਕੀ ਵਰਗੇ ਆ ਕੇ ਇੱਥੇ ਢੱਡ ਸਾਰੰਗੀ ਗਾਉਂਦੇ ਸੀ। ਪਵਨ ਗੁਣੂ ਪਾਣੀ ਪਿਤਾ ਕਹਿੰਦੀ, ਯਾਦ ਕਰੋ ਉਸ ਬਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਕਿੱਥੇ ਗਏ ਉਹ ਹਾਸੇ ਠੱਠੇ, ਕਿੱਥੇ ਗਈਆਂ ਨੇ ਉਹ ਸੱਥਾਂ, ਹਾਲੀ ਪਾਲੀ ਗਾਉਂਦੇ ਜਿੱਥੇ, ਕਿੱਥੇ ਗਈਆਂ ਨੇ ਉਹ ਰੱਖਾਂ। ਨਾ ਕੋਈ ਦਿਸਦਾ ਦਰਦੀ ਸੱਚਾ ਜੋ ਸਮਝੇ ਇਸ ਕਹਾਣੀ ਨੂੰ। ਕੰਨ ਖੋਲ ਕੇ ਸੁਣੋ ਲੋਕਾ ਮੇਰੀ ਦਰਦ ਕਹਾਣੀ ਨੂੰ। ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ, ਰੋਕੋ ਇਸ ਜਵਾਨੀ ਨੂੰ। ਕਾਦੀਏ ਹੋਈ ਤਰੱਕੀ, ਬੂਟੇ ਸਾਰੇ ਪੁੱਟ ਦਿੱਤੇ ਨੇ। ਭਈ ਕਾਦੀਏ ਹੋਈ ਤਰੱਕੀ, ਬੂਟੇ ਸਾਰੇ ਪੁੱਟ ਦਿੱਤੇ ਨੇ। ਦਿੰਦੇ ਸੀ ਜੋ ਠੰਡੀਆਂ ਛਾਵਾਂ, ਅੱਗ ਦੇ ਵਿੱਚ ਸੁੱਟ ਦਿੱਤੇ ਨੇ। ਹਵਾ ਕਿਵੇਂ ਹੁਣ ਸਾਫ਼ ਰਹੂਗੀ, ਕਦੋਂ ਆਊ ਅਕਲ ਪਰਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਪੌਣ ਪਾਣੀ ਗਦਲਾ ਹੋ ਗਿਆ, ਫਸਲਾਂ ਵੀ ਬਿਮਾਰ ਹੋ ਗਈਆਂ। ਭਈ ਪੌਣ ਪਾਣੀ ਗੰਦਲਾ ਹੋ ਗਿਆ, ਫਸਲਾਂ ਵੀ ਬਿਮਾਰ ਹੋ ਗਈਆਂ। ਜੀਵ ਜੰਤੂਆਂ ਦੀਆਂ ਨਸਲਾਂ ਮਰਨ ਲਈ ਤਿਆਰ ਹੋ ਗਈਆਂ। ਜ਼ਹਿਰੀਲਾ ਹੈ ਸਭ ਕੁਝ ਹੋਇਆ, ਜ਼ਹਿਰੀਲਾ ਹੈ ਸਭ ਕੁਝ ਹੋਇਆ। ਕਿ ਦੋਸ਼ ਹੈ ਕੁਦਰਤ ਰਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ। ਭਈ ਕੰਧ ਪਾਉਣਾ ਤੂੰ ਛੱਡ ਦੇ ਲੋਕਾ, ਉਹ ਗੰਦ ਪਾਉਣੇ ਤੂੰ ਛੱਡ ਦੇ ਲੋਕਾ।
ਜੇ ਤੂੰ ਚਾਹੁੰਦਾ ਜਿਉਣਾ ਹੈ ਕਰ ਸਾਫ ਹਵਾ ਤੇ ਪਾਣੀ ਨੂੰ ਜੀਵਨ ਮੋੜ ਲਿਆਉਣਾ ਹੈ ਮੁਬਾਰਕਪੁਰੀ ਦੇ ਆਖੇ ਲੱਗ ਜਾ ਮੁਬਾਰਕਪੁਰੀ ਦੇ ਆਖੇ ਲੱਗ ਜਾ ਪਾਣਾ ਪਾਣੀ ਵਿੱਚ ਮਦਾਨੀ ਤੂੰ ਕੰਨ ਖੋਲ ਕੇ ਸੁਣ ਲੈ ਲੋਕਾ ਮੇਰੀ ਦਰਦ ਕਹਾਣੀ ਨੂੰ ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ ਰੋਕੋ ਇਸ ਜਵਾਨੀ ਨੂੰ ਰੋਕੋ ਇਸ ਜਵਾਨੀ ਨੂੰ ਬਹੁਤ ਬਹੁਤ ਧੰਨਵਾਦ। ਸੂਰਜ ਕੋਲੋਂ ਲੱਪ ਕੁ ਕਿਰਨਾਂ ਲੈ ਕੇ ਜੀ ਕਰਦਾ ਹੈ ਜੁਗਨੂ ਬਣ ਕੇ ਸਾਰਾ ਜਗ ਰੁਸ਼ਨਾਵਾ। ਮੈਂ ਪ੍ਰਧਾਨਗੀ ਮੰਡਲ ਤੇ ਸਾਹਿਤਕਾਰ ਭੈਣੋ ਤੇ ਭਰਾਵੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜ਼ਿਹਨ 'ਚ ਪਲਦੇ ਜਜ਼ਬੇ ਅਕਸਰ ਰਚਨਾ ਬਣਦੇ ਮਿਹਨਤ ਕਰ ਜ਼ਿਹਨ 'ਚ ਪਲਦੇ ਜਜ਼ਬੇ ਅਕਸਰ ਰਚਨਾ ਬਣਦੇ ਮਿਹਨਤ ਕਰ ਤਾਪ ਘੜੇ ਜਿਉਂ ਮਾਂਝ ਸਵਾਰੇ ਸੋਨਾ ਕੋਈ ਸੁਨਿਆਰ ਜਿਵੇਂ। ਪੇਸ਼ ਹੈ ਜੀ ਗਜ਼ਲ। ਹਮੇਸ਼ਾ ਜ਼ਿੰਦਗੀ ਦੀ ਹਰ ਮੁਸੀਬਤ ਟਾਲਦੇ ਅੱਖਰ ਜੀ ਵਾਹ। ਹਮੇਸ਼ਾ ਜ਼ਿੰਦਗੀ ਦੀ ਹਰ ਮੁਸੀਬਤ ਟਾਲਦੇ ਅੱਖਰ ਕਿਸੇ ਚੰਗੇ ਜਿਹੇ ਸਾਂਚੇ 'ਚ ਜੀਵਨ ਢਾਲਦੇ ਅੱਖਰ। ਬਹੁਤ ਖੂਬਸੂਰਤ ਬਹੁਤ ਖੂਬ। ਧੰਨਵਾਦ। ਬੜੀ ਹੀ ਕੀਮਤੀ ਸੌਗਾਤ ਦਿੱਤੀ ਮਾਤ ਭਾਸ਼ਾ ਨੇ ਬੜੀ ਹੀ ਕੀਮਤੀ ਸੌਗਾਤ ਦਿੱਤੀ ਮਾਤ ਭਾਸ਼ਾ ਨੇ ਸਿਰਜਦੇ ਬੋਲ ਨੇ ਮਿੱਠੇ ਮਿਸਰੀ ਨਾਲ ਦੇ ਅੱਖਰ ਸਿਰਜਦੇ ਬੋਲ ਨੇ ਮਿੱਠੇ ਮਿਸਰੀ ਨਾਲ ਦੇ ਅੱਖਰ। ਹਨੇਰੇ ਜੰਗਲਾਂ ਵਿੱਚ ਜਦ ਕਦੀ ਮੈਂ ਭਟਕਦੀ ਹੋਵਾਂ ਹਨੇਰੇ ਜੰਗਲਾਂ ਵਿੱਚ ਜਦ ਕਦੀ ਮੈਂ ਭਟਕਦੀ ਹੋਵਾਂ ਇਹ ਮੇਰੇ ਨਾਲ ਤੁਰਦੇ ਨੇ ਮਸ਼ਾਲਾਂ ਬਾਲਦੇ ਅੱਖਰ ਇਹ ਮੇਰੇ ਨਾਲ ਤੁਰਦੇ ਨੇ ਮਸ਼ਾਲਾਂ ਬਾਲਦੇ ਅੱਖਰ। ਧੰਨਵਾਦ। ਸੂਰਤਾਂ ਨਾਲ ਸੀਰਤਾਂ ਛੇਤੀ ਕਿਤੇ ਨਹੀਂ ਮਿਲਦੀਆਂ ਸੂਰਤਾਂ ਨਾਲ ਸੀਰਤਾਂ ਛੇਤੀ ਕਿਤੇ ਨਹੀਂ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ। ਰਾਤ ਦੇ ਚੌਥੇ ਪਹਿਰ ਬਣ ਜਾ ਭਿਖਾਰੀ ਉਸ ਦਰ ਰਾਤ ਦੇ ਚੌਥੇ ਪਹਿਰ ਬਣ ਜਾ ਭਿਖਾਰੀ ਉਸ ਦਰ ਜਿਹੜੇ ਦਰ ਤੋਂ ਰਾਜਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ ਜਿਹੜੇ ਦਰ ਤੋਂ ਰਾਜਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ। ਹੰਝੂਆਂ ਦੇ ਪਾਣੀਆਂ ਨੂੰ ਮੁੜਕਿਆਂ ਵਿੱਚ ਵਹਿਣ ਦੇ ਹੰਝੂਆਂ ਦੇ ਪਾਣੀਆਂ ਨੂੰ ਮੁੜਕਿਆਂ ਵਿੱਚ ਵਹਿਣ ਦੇ ਮਿਹਨਤਾਂ ਦੇ ਬਾਜ ਕਿੱਥੇ ਮੰਜ਼ਿਲਾਂ ਨੇ ਮਿਲਦੀਆਂ ਮਿਹਨਤਾਂ ਦੇ ਬਾਜ ਕਿੱਥੇ ਮੰਜ਼ਿਲਾਂ ਨੇ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ। ਕਰ ਮੁਹੱਬਤ ਉਸ ਨੂੰ ਜੋ ਰੱਖਦਾ ਲੱਗੀਆਂ ਦੀ ਲਾਜ ਕਰ ਮੁਹੱਬਤ ਉਸ ਨੂੰ ਜੋ ਰੱਖਦਾ ਲੱਗੀਆਂ ਦੀ ਲਾਜ ਦੁਨੀਆਦਾਰੀ ਵਿੱਚ ਤਾਂ ਅਕਸਰ ਬੇਵਫਾਈਆਂ ਮਿਲਦੀਆਂ ਦੁਨੀਆਦਾਰੀ ਵਿੱਚ ਤਾਂ ਅਕਸਰ ਬੇਵਫਾਈਆਂ ਮਿਲਦੀਆਂ। ਕਲਮ ਤੋਂ ਲਿਖਿਆ ਜਾਵੇ ਨਾ ਜੋ ਦੁਖੜਾ ਜਰਿਆ ਮਾਹੀ ਨੇ ਮੇਰੀ ਕਲਮ ਤੋਂ ਲਿਖਿਆ ਜਾਵੇ ਨਾ ਜੋ ਦੁਖੜਾ ਜਰਿਆ ਮਾਹੀ ਨੇ ਸਾਥੋਂ ਵਾਰ ਸਾਰਾ ਪਰਿਵਾਰ ਦਿੱਤਾ ਬਾਜਾ ਵਾਲੇ ਸੰਤ ਸਿਪਾਹੀ ਨੇ
ਸਾਥੋਂ ਬਾਰ ਸਾਰਾ ਪਰਿਵਾਰ ਦਿੱਤਾ, ਬਾਜਾਂ ਵਾਲੇ ਸੰਤ ਸਿਪਾਹੀ ਨੇ। ਪਹਿਲਾਂ ਡੁੱਬਦਾ ਧਰਮ ਬਚਾਉਣ ਲਈ ਸੀ ਪਿਤਾ ਤੋਰਿਆ ਦਿੱਲੀ ਨੂੰ, ਜਿਨ੍ਹਾਂ ਪੀ ਕੇ ਜਾਮ ਸ਼ਹਾਦਤ ਦਾ ਜੜ ਧਰਮ ਦੀ ਥੰਮਿਆ ਹਿੱਲੀ ਨੂੰ। ਪਹਿਲਾਂ ਡੁੱਬਦਾ ਧਰਮ ਬਚਾਉਣ ਲਈ ਸੀ ਪਿਤਾ ਤੋਰਿਆ ਦਿੱਲੀ ਨੂੰ, ਜਿਨ੍ਹਾਂ ਪੀ ਕੇ ਜਾਮ ਸ਼ਹਾਦਤ ਦਾ ਜੜ ਧਰਮ ਦੀ ਥੰਮਿਆ ਹਿੱਲੀ ਨੂੰ। ਫੜ ਸੀਸ ਪਿਤਾ ਦਾ ਜੈਤੇ ਤੋਂ ਸੀ ਕੀਤੇ ਵਚਨ ਇਲਾਹੀ ਨੇ। ਮੇਰੀ ਕਲਮ ਤੋਂ ਲਿਖਿਆ ਜਾਵੇ ਨਾ ਜੋ ਦੁਖੜਾ ਜ਼ਰਿਆ ਮਾਹੀ ਨੇ। ਜ਼ੁਲਮਾਂ ਦੀ ਨੇਰੀ ਠੱਲਣ ਲਈ ਕਰ ਖਾਲਸਾ ਪੰਥ ਤਿਆਰ ਗਿਆ, ਆਪੇ ਗੁਰ ਚੇਲਾ ਬਣ ਕੇ ਤੇ ਫਿਰ ਕੌਮ ਦਾ ਕਰਜ਼ ਉਤਾਰ ਗਿਆ। ਕੀ ਬਾਤ ਹੈ। ਜ਼ੁਲਮਾਂ ਦੀ ਨੇਰੀ ਠੱਲਣ ਲਈ ਕਰ ਖਾਲਸਾ ਪੰਥ ਤਿਆਰ ਗਿਆ, ਆਪੇ ਗੁਰ ਚੇਲਾ ਬਣ ਕੇ ਤੇ ਫਿਰ ਕੌਮ ਦਾ ਕਰਜ਼ ਉਤਾਰ ਗਿਆ। ਕੋਈ ਰੱਖਿਆ ਪੁੱਤ ਬਚਾ ਕੇ ਨਾ, ਮਾਛੀ ਵਾੜੇ ਦੇ ਰਾਹੀ ਨੇ। ਮੇਰੀ ਕਲਮ ਤੋਂ ਲਿਖਿਆ ਜਾਵੇ ਨਾ ਜੋ ਦੁਖੜਾ ਜ਼ਰਿਆ ਮਾਹੀ ਨੇ। ਪੌਣਪੁਰੇ ਦੀ ਦੱਸਦੀ ਹੈ ਕਿਧਰੇ ਤਾਂ ਬੱਦਲ ਭਰਿਆ ਹੋਣਾ ਹੈ, ਛੱਤ ਕਿਸੇ ਦੀ ਥਿਬਕੀ ਹੋਣੀ, ਬਨੇਰਾ ਕੋਈ ਖਰਿਆ ਹੋਣਾ। ਗਜ਼ਲ ਦਾ ਮਤਲਬ ਜੀ, ਪੌਣਪੁਰੇ ਦੀ ਦੱਸਦੀ ਹੈ ਕਿਧਰੇ ਤਾਂ ਬੱਦਲ ਭਰਿਆ ਹੋਣਾ ਹੈ, ਛੱਤ ਕਿਸੇ ਦੀ ਥਿਬਕੀ ਹੋਣੀ, ਬਨੇਰਾ ਕੋਈ ਖਰਿਆ ਹੋਣਾ ਹੈ। ਅਗਲਾ ਸ਼ੇਰ ਦੇਖਣਾ ਜੀ। ਸਨੇਹ ਦਾ ਹੱਥ ਧਰਿਆ ਝਟ ਹੀ ਉਹ ਛਲਕ ਪਿਆ, ਸਨੇਹ ਦਾ ਹੱਥ ਧਰਿਆ ਝਟ ਹੀ ਉਹ ਛਲਕ ਪਿਆ, ਦਿਲ ਦਰਦਾਂ ਸੰਗ ਪਹਿਲਾਂ ਹੀ ਨੱਕੋ ਨੱਕ ਭਰਿਆ ਹੋਣਾ। ਅਗਲਾ ਸ਼ੇਰ ਦੇਖਣਾ ਜੀ। ਕਾਬਲੇ ਗੌਰ ਸ਼ੇਰ ਹੈ। ਤਵਾ ਰੇਖ ਨੂੰ ਦੰਦਲ ਪੈ ਗਈ ਹੋਣੀ, ਸਮਾਂ ਸੁੰਨ ਹੋ ਗਿਆ ਹੋਣਾ। ਤਵਾ ਰੇਖ ਨੂੰ ਦੰਦਲ ਪੈ ਗਈ ਹੋਣੀ, ਸਮਾਂ ਸੁੰਨ ਹੋ ਗਿਆ ਹੋਣਾ ਹੈ। ਕੱਚੀ ਗੜੀ ਚੋਂ ਜਦੋਂ ਸੰਤ ਸਿਪਾਹੀ ਪੱਲਾ ਝਾੜ ਕੇ ਤੁਰਿਆ ਹੋਣਾ। ਤਵਾ ਰੇਖ ਨੂੰ ਦੰਦਲ ਪੈ ਗਈ ਹੋਣੀ, ਸਮਾਂ ਸੁੰਨ ਹੋ ਗਿਆ ਹੋਣਾ ਹੈ। ਕੱਚੀ ਗੜੀ ਚੋਂ ਜਦੋਂ ਸੰਤ ਸਿਪਾਹੀ ਪੱਲਾ ਝਾੜ ਕੇ ਤੁਰਿਆ ਹੋਣਾ ਹੈ। ਅੱਜ ਫਿਰ ਝਨਾਹ ਦੇ ਅੰਦਰ ਤੂਫਾਨਾਂ ਅੱਤ ਮਚਾਈ ਹੈ, ਅੱਜ ਫਿਰ ਝਨਾਹ ਦੇ ਅੰਦਰ ਤੂਫਾਨਾਂ ਅੱਤ ਮਚਾਈ ਹੈ। ਲੱਗਦਾ ਸੋਹਣਾ ਸੋਹਣੇ ਖਾਤਰ ਕੱਚੇ ਉੱਤੇ ਤਰਿਆ ਹੋਣਾ। ਅਗਲਾ ਸ਼ੇਰ ਦੇਖਣਾ ਜੀ। ਰੋਕੋ ਨਾ ਉਸ ਨੂੰ ਸਿਰ ਦੇ ਭਾਰ ਨੱਚਣ ਦਿਓ ਜੋ ਨੱਚਦਾ ਹੈ, ਰੋਕੋ ਨਾ ਉਸ ਨੂੰ ਸਿਰ ਦੇ ਭਾਰ ਨੱਚਣ ਦਿਓ ਜੋ ਨੱਚਦਾ ਹੈ। ਜਾਦੂਗਰ ਨੇ ਅੱਖੀਆਂ ਦੇ ਵਿੱਚ ਸਵਰਗ ਦਾ ਮੰਜ਼ਰ ਭਰਿਆ ਹੋਣਾ। ਰੋਕੋ ਨਾ ਉਸ ਨੂੰ ਸਿਰ ਦੇ ਭਾਰ ਨੱਚਣ ਦਿਓ ਜੋ ਨੱਚਦਾ ਹੈ, ਜਾਦੂਗਰ ਨੇ ਅੱਖੀਆਂ ਦੇ ਵਿੱਚ ਸਵਰਗ ਦਾ ਮੰਜ਼ਰ ਭਰਿਆ ਹੋਣਾ ਹੈ। ਅਗਲਾ ਸ਼ੇਰ ਦੇਖਣਾ ਜੀ। ਪੂਰਬ ਦੇ ਸੀਨੇ ਉੱਤੇ ਸੂਰਜਾਂ ਰੌਣਕਾਂ ਲਾਈਆਂ ਨੇ, ਪੂਰਬ ਦੇ ਸੀਨੇ ਉੱਤੇ ਸੂਰਜਾਂ ਰੌਣਕਾਂ ਲਾਈਆਂ ਨੇ। ਮੁੱਦਤ ਪਿੱਛੋਂ ਹਨੇਰਾ ਚਾਨਣ ਹੱਥੋਂ ਹਰਿਆ ਹੋਣਾ। ਅਗਲਾ ਸ਼ੇਰ ਦੇਖੋ ਜੀ। ਰੋਹੀ ਦਾ ਜੰਡ ਐਵੇਂ ਠਾਹਰ ਨਹੀਂ ਬਣਿਆ ਲੋਕਾਂ ਲਈ, ਰੋਹੀ ਦਾ ਜੰਡ ਐਵੇਂ ਠਾਹਰ ਨਹੀਂ ਬਣਿਆ ਲੋਕਾਂ ਲਈ। ਝੱਖੜ ਝੋਲਾ ਕੱਕਰ ਕੀ ਕੁਛ ਉਸਨੇ ਸਿਰ ਤੇ ਜਰਿਆ ਹੋਣਾ ਹੈ। ਅਗਲਾ ਸ਼ੇਰ ਕਾਬਲੇ ਗੌਰ ਹੈ ਜੀ, ਥੋੜਾ ਧਿਆਨ ਦਿਓ। ਬਣਾਉਣਾ ਕਿ ਜਿਹੜੀ ਸਾਡੀ ਸਭਿਅਤਾ ਹੈ ਨਾ, ਇਹ ਇੱਕ ਵਾਰੀ ਨਸ਼ਟ ਹੋਣੀ ਚਾਹੀਦੀ ਹੈ। ਨਸ਼ਟ ਹੋ ਕੇ ਇੱਥੇ ਦੁਬਾਰਾ ਫਿਰ ਉਹੀ ਆਦੀ ਮਾਨਵ ਆਵੇ, ਪਈਏ ਦੀ ਖੋਜ ਹੋਵੇ, ਅੱਗ ਦੀ ਖੋਜ ਹੋਵੇ, ਫਿਰ ਸਾਡੀ ਜਿਹੜੀ ਸਭਿਅਤਾ ਵਿਗਸੇ, ਸਾਡੇ ਵਿੱਚ ਇਮਾਨਦਾਰੀ ਤਾਂ ਆ ਸਕਦੀ ਹੈ। ਵਰਨਾ ਅਸੀਂ ਕਬਜ਼ੇ ਵੀ ਕਰੀ ਜਾਂਦੇ ਹਾਂ, ਕੁੰਡੀਆਂ ਵੀ ਲਾਈ ਜਾਂਦੇ ਹਾਂ, ਜੋ ਪੰਛੀ ਵੀ ਮਾਰੀ ਜਾਂਦੇ ਹਾਂ, ਕਿਸੇ ਨੂੰ ਕੋਈ ਦਰਦ ਹੀ ਨਹੀਂ ਹੈ। ਮੇਰੀ ਜਾਤੀ ਰਾਏ ਆ ਕਿ ਇਹ ਧਰਤੀ ਦੀ ਮਿਆਦ ਪੁੱਗ ਚੁੱਕੀ ਹੈ। ਕਿਉਂ ਜੀ ਸਾਹਿਬ ਸਾਹਿਬ? ਇਹ ਬਦਲਾਅ ਹੁੰਦਾ ਰਹਿੰਦਾ ਕੁਦਰਤ ਦੇ ਵਿੱਚ। ਖੈਰ ਇਹ ਗੱਲਾਂ ਤਾਂ ਬਹੁਤ ਲੰਬੀਆਂ ਚੌੜੀਆਂ।
ਮੈਂ ਇੱਕ ਗਜ਼ਲ ਦੇ ਕੁਝ ਸ਼ੇਰ ਸਾਂਝੇ ਕਰਨਾ ਚਾਹੁੰਦਾ ਤਾਂ ਕਿ ਮੈਨੂੰ ਦੁਬਾਰਾ ਨਾ ਆਉਣਾ ਪਵੇ। ਅੱਖਾਂ ਹਨ ਜੇ ਮੂੰਹ ਦੇ ਵਿੱਚ ਆਵਾਜ਼ ਨਹੀਂ, ਅੱਖਾਂ ਹਨ ਜੇ ਮੂੰਹ ਦੇ ਵਿੱਚ ਆਵਾਜ਼ ਨਹੀਂ, ਮੇਰੇ ਦਿਲ ਇਹ ਜੀਣੇ ਦੇ ਅੰਦਾਜ਼ ਨੇ। ਅੱਖਾਂ ਹਨ ਜੇ ਮੂੰਹ ਦੇ ਵਿੱਚ ਆਵਾਜ਼ ਨਹੀਂ, ਮੇਰੇ ਦਿਲ ਇਹ ਜੀਣੇ ਦੇ ਅੰਦਾਜ਼ ਨਹੀਂ। ਪੌਣ ਜਿਹਾ ਵਾਦਕ ਨਾ ਕੋਈ ਧਰਤੀ ਤੇ, ਪੌਣ ਜਿਹਾ ਵਾਦਕ ਨਾ ਕੋਈ ਧਰਤੀ ਤੇ, ਧਰਤੀ ਉੱਤੇ ਰੁੱਖਾਂ ਵਰਗਾ ਸਾਜ ਨਹੀਂ, ਧਰਤੀ ਉੱਤੇ ਰੁੱਖਾਂ ਵਰਗਾ ਸਾਜ ਨਹੀਂ। ਹਰ ਜ਼ਰਾ ਹੈ ਦਸਤਾਵੇਜ਼ ਹਕੀਕਤ ਵਿੱਚ, ਹਰ ਜ਼ਰਾ ਹੈ ਦਸਤਾਵੇਜ਼ ਹਕੀਕਤ ਵਿੱਚ। ਕਿਹੜੀ ਸ਼ੈ ਹੈ ਜਿਸ ਵਿੱਚ ਕੋਈ ਰਾਜ਼ ਨਹੀਂ, ਕਿਹੜੀ ਸ਼ੈ ਹੈ ਜਿਸ ਵਿੱਚ ਕੋਈ ਰਾਜ਼ ਨਹੀਂ। ਇਸ ਕਦਰ ਨਾ ਗਿਰਦਾ ਤੂੰ ਜੇ ਚੰਗਾ ਸੀ, ਇਸ ਕਦਰ ਨਾ ਗਿਰਦਾ ਤੂੰ ਜੇ ਚੰਗਾ ਸੀ, ਉਹਦਾ ਤੇਰੇ ਗਿਰਨੇ ਤੇ ਇਤਰਾਜ਼ ਨਹੀਂ। ਸੂਰਜ ਤੋਂ ਭੈ ਖਾਂਦਾ, ਚੰਨ ਤੋਂ ਡਰਦਾ ਏ, ਹਨੇਰੇ ਬਹਿ ਕੇ ਖੌਰੇ ਉਹ ਕੀ ਕਰਦਾ ਏ। ਸੂਰਜ ਤੋਂ ਭੈ ਖਾਂਦਾ, ਚੰਨ ਤੋਂ ਡਰਦਾ ਏ, ਹਨੇਰੇ ਬਹਿ ਕੇ ਖੌਰੇ ਉਹ ਕੀ ਕਰਦਾ ਏ। ਉਸ ਨੂੰ ਜੇ ਕੋਈ ਪੁੱਛਦਾ ਦੁਨੀਆ ਕੀ ਸ਼ੈ ਹੈ, ਉਸ ਨੂੰ ਜੇ ਕੋਈ ਪੁੱਛਦਾ ਦੁਨੀਆ ਕੀ ਸ਼ੈ ਹੈ, ਮਿੱਟੀ ਦੇ ਇੱਕ ਢੇਰ ਚੋਂ ਮੁੱਠੀ ਭਰਦਾ ਹੈ। ਉਸ ਨੂੰ ਜੇ ਕੋਈ ਪੁੱਛਦਾ ਦੁਨੀਆ ਕੀ ਸ਼ੈ ਹੈ, ਮਿੱਟੀ ਦੇ ਇੱਕ ਢੇਰ ਚੋਂ ਮੁੱਠੀ ਭਰਦਾ ਹੈ। ਇਹ ਗਜ਼ਲ ਦੇ ਦੋ ਸ਼ੇਰ ਨੇ ਕਿ ਵੱਡਿਆਂ ਦੇ ਨਾਲ ਕਿੱਦਾਂ ਵੱਡੇ ਹੋ ਜਾਈਏ, ਵੱਡਿਆਂ ਦੇ ਨਾਲ ਕਿੱਦਾਂ ਵੱਡੇ ਹੋ ਜਾਈਏ, ਅੱਡੀਆਂ ਚੁੱਕ ਚੁੱਕ ਕਿੰਨੇ ਉੱਚੇ ਹੋ ਜਾਈਏ। ਵੱਡਿਆਂ ਦੇ ਨਾਲ ਕਿੱਦਾਂ ਵੱਡੇ ਹੋ ਜਾਈਏ, ਅੱਡੀਆਂ ਚੁੱਕ ਚੁੱਕ ਕਿੰਨੇ ਉੱਚੇ ਹੋ ਜਾਈਏ। ਸਾਨੂੰ ਆਲੇ ਦੁਆਲੇ ਕੁਝ ਵੀ ਦਿਸਦਾ ਨਹੀਂ, ਇਸ ਤੋਂ ਵੱਧ ਹੁਣ ਹੋਰ ਕੀ ਅੰਨੇ ਹੋ ਜਾਈਏ। ਸਾਨੂੰ ਆਲੇ ਦੁਆਲੇ ਕੁਝ ਵੀ ਦਿਸਦਾ ਨਹੀਂ, ਇਸ ਤੋਂ ਵੱਧ ਹੁਣ ਹੋਰ ਕੀ ਅੰਨੇ ਹੋ ਜਾਈਏ। ਇੱਕ ਹੈ ਕਿ ਚਾਰ ਚੁਫੇਰੇ ਝੱਖੜ ਚੱਲਦੇ ਰਹਿੰਦੇ ਨੇ, ਚਾਰ ਚੁਫੇਰੇ ਝੱਖੜ ਚੱਲਦੇ ਰਹਿੰਦੇ ਨੇ, ਕਿਸਮਤ ਵਾਲੇ ਦੀਵੇ ਬਲਦੇ ਰਹਿੰਦੇ ਨੇ। ਚਾਰ ਚੁਫੇਰੇ ਝੱਖੜ ਚੱਲਦੇ ਰਹਿੰਦੇ ਨੇ, ਕਿਸਮਤ ਵਾਲੇ ਦੀਵੇ ਬਲਦੇ ਰਹਿੰਦੇ ਨੇ। ਸੋਚਾਂ ਦੇ ਵਿੱਚ ਹੋਰ ਖਲਾਰਾ ਕੀ ਪਾਈਏ, ਸੋਚਾਂ ਦੇ ਵਿੱਚ ਹੋਰ ਖਲਾਰਾ ਕੀ ਪਾਈਏ। ਅਜੇ ਤਾਂ ਅੱਖ ਵਿੱਚ ਸੁਪਨੇ ਕੱਲਦੇ ਰਹਿੰਦੇ ਨੇ, ਸੋਚਾਂ ਦੇ ਵਿੱਚ ਹੋਰ ਖਲਾਰਾ ਕੀ ਪਾਈਏ। ਅਜੇ ਤਾਂ ਅੱਖ ਵਿੱਚ ਸੁਪਨੇ ਕੱਲਦੇ ਰਹਿੰਦੇ ਨੇ। ਸੀਨੇ ਦੇ ਵਿੱਚ ਅੱਗ ਵੀ ਬਲਦੀ ਰਹਿੰਦੀ ਹੈ, ਸੀਨੇ ਦੇ ਵਿੱਚ ਅੱਗ ਵੀ ਬਲਦੀ ਰਹਿੰਦੀ ਹੈ। ਅੱਖਾਂ ਦੇ ਵਿੱਚ ਖ਼ਾਬ ਵੀ ਪਲਦੇ ਰਹਿੰਦੇ ਨੇ। ਸ਼ੇਰ ਐਸਰ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਅੱਖ ਨੂੰ ਉਹਨਾਂ ਨਾਲ ਨਿਭਾਉਣੀ ਪੈ ਜਾਂਦੀ, ਅੱਖ ਨੂੰ ਉਹਨਾਂ ਨਾਲ ਨਿਭਾਉਣੀ ਪੈ ਜਾਂਦੀ। ਉਹ ਲੋਕੀ ਜੋ ਦਿਲ ਨੂੰ ਖਲਦੇ ਰਹਿੰਦੇ ਨੇ, ਅੱਖ ਨੂੰ ਉਹਨਾਂ ਨਾਲ ਨਿਭਾਉਣੀ ਪੈ ਜਾਂਦੀ। ਉਹ ਲੋਕੀ ਜੋ ਦਿਲ ਨੂੰ ਖਲਦੇ ਰਹਿੰਦੇ ਨੇ। ਰਫੀ ਮੁਹੰਮਦਾ ਟੌਰਾਂ ਸ਼ੌਰਾਂ ਕੱਢ ਕੇ ਜੀ, ਲੋਕਾਂ ਦਾ ਕੀ, ਲੋਕ ਤਾਂ ਜਲਦੇ ਰਹਿੰਦੇ ਨੇ। ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ। ਧੁੱਪਾਂ ਸਿਖਰ ਡੂੰਘੇ ਪਾਣੀ ਬੁੱਝ ਲੈਂਦੇ ਨੇ, ਰਮਜਾਂ ਹਰ ਇੱਕ ਲਹਿਰ ਦੀਆਂ। ਧੁੱਪਾਂ ਸਿਖਰ
ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰੀ ਦੀਆਂ ਚੋਗਾ ਚੁਗਣ ਤੇ ਉੱਡ ਜਾਵਣ ਚੋਗਾ ਚੁਗਣ ਤੇ ਉੱਡ ਜਾਵਣ ਚਿੜੀਆਂ ਅੱਜ ਕੱਲ ਸ਼ਹਿਰ ਦੀਆਂ ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰੀ ਦੀਆਂ ਸੁਣਨਾ ਗੱਲਾਂ ਗਜਬ ਦੀਆਂ ਕਰਨਾ ਗੱਲਾਂ ਕਹਿਰ ਦੀਆਂ ਸੁਣਨਾ ਗੱਲਾਂ ਗਜਬ ਦੀਆਂ ਕਰਨਾ ਗੱਲਾਂ ਕਹਿਰ ਦੀਆਂ ਧੁੱਪਾਂ ਸਿਖਰ ਦੁਪਹਿਰ ਦੀਆਂ ਪਿਛਲੇ ਪਹਿਰੇ ਆਉਂਦੀਆਂ ਨੇ ਫਿਰ ਯਾਦਾਂ ਪਹਿਲੇ ਪਹਿਰੇ ਦੀਆਂ ਪਿਛਲੇ ਪਹਿਰੇ ਆਉਂਦੀਆਂ ਨੇ ਫਿਰ ਯਾਦਾਂ ਪਹਿਲੇ ਪਹਿਰੇ ਦੀਆਂ ਧੁੱਪਾਂ ਸਿਖਰ ਦੁਪਹਿਰ ਦੀਆਂ ਅੰਮ੍ਰਿਤ ਕਹਿ ਕੇ ਦੇ ਗਏ ਉਹ ਅੰਮ੍ਰਿਤ ਕਹਿ ਕੇ ਦੇ ਗਏ ਉਹ ਸਾਨੂੰ ਬੂੰਦਾਂ ਜ਼ਹਿਰ ਦੀਆਂ ਧੁੱਪਾਂ ਸਿਖਰ ਦੁਪਹਿਰ ਦੀਆਂ ਬੜੀਆਂ ਮੁਸ਼ਕਿਲ ਲਿਖ ਹੁੰਦੀਆਂ ਨੇ ਬੜੀਆਂ ਮੁਸ਼ਕਿਲ ਲਿਖ ਹੁੰਦੀਆਂ ਨੇ ਗਜ਼ਲਾਂ ਛੋਟੀ ਬਹਿਰ ਦੀਆਂ ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰ ਦੀਆਂ ਸਾਨੂੰ ਦੁਬਾਰੇ ਨਹੀਂ ਮਿਲਦਾ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਜੀਵ ਨੂੰ ਕੀ ਕਰਨਾ ਚਾਹੀਦਾ ਹੈ ਸੇਵਾ ਜਾਂ ਸਿਮਰਨ ਸੇਵਾ ਅਸੀਂ ਬਹੁਤ ਕਰਦੇ ਹਾਂ ਸਿਮਰਨ ਨਹੀਂ ਕਰਦੇ 24,000 ਸਵਾਸ ਲਿਆ ਇੱਕ ਦਿਨ ਇੱਕ ਰਾਤ ਦੇ ਵਿੱਚ ਉਸ ਨੂੰ ਸਫਰੇ ਕਰਨਾ ਤਾਂ 2.5 ਘੰਟੇ ਸਿਮਰਨ ਕਰਨਾ ਪਊਗਾ ਇਸ ਕਰਕੇ ਦਾਸ ਬੇਨਤੀ ਕਰਦਾ ਹੈ ਕਿ 24 ਘੰਟਿਆਂ ਦੇ ਵਿੱਚ 2.5 ਘੰਟੇ ਸਿਮਰਨ ਜ਼ਰੂਰ ਕਰਿਆ ਕਰੋ। ਮੈਂ ਤੁਹਾਡੇ ਸਿਰਫ 3 ਮਿੰਟ ਹੀ ਲਵਾਂਗਾ। ਸ਼ਹੀਦ ਸਰਮਦ ਜੀ ਕੀ ਕਹਿ ਰਹੇ ਹਨ ਸਰਮਦ ਕਾਸ ਨੂੰ ਟੱਕਰਾਂ ਮਾਰਦਾ ਹੈ ਖਲਕਤ ਵਿੱਚ ਮੁਹੱਬਤ ਦਾ ਨਾਮ ਕਿੱਥੇ ਟੁੰਡੇ ਰੁੱਖ ਤੇ ਸੁੱਕੀਆਂ ਟਾਹਣੀਆਂ ਤੋਂ ਹਰੇ ਪੱਤਿਆਂ ਦੀ ਮਿਲਦੀ ਸਾਹ ਕਿੱਥੇ ਤਮਾ ਲੋਭ ਦੇ ਵਿੱਚ ਖੁਆਰੀਆਂ ਨੇ ਸਬਰ ਬਿਨਾਂ ਸਤਕਾਰ ਦੀ ਥਾਂ ਕਿੱਥੇ ਚਾਹੇ ਮਾਨ ਸਨਮਾਨ ਤਾਂ ਲੱਭ ਭੱਜ ਉੱਥੋਂ ਲੱਭੇ ਲੋਭ ਦਾ ਨਾਮ ਨਿਸ਼ਾਨ ਜਿੱਥੇ ਕਹਿੰਦਾ ਬੰਦੇ ਹਿਰਸ ਹਵਾ ਦੇ ਵਿੱਚ ਦੁਨੀਆ ਮੇਰੇ ਪੈਸਿਆਂ ਦੇ ਜਿਹੜੇ ਯਾਰ ਹੁੰਦੇ ਇੱਕ ਦੂਜੇ ਦੇ ਨਾਲ ਉਹ ਰਹਿਣ ਲੜਦੇ ਸਾਰੇ ਈਰਖਾ ਨਾਲ ਬਿਮਾਰ ਹੁੰਦੇ ਡਰੋ ਕਦੇ ਨਾ ਸੱਪਾਂ ਤੇ ਬਿੱਛੂਆਂ ਤੋਂ ਭਾਵੇਂ ਉਹ ਨਾ ਕਿਸੇ ਦੇ ਯਾਰ ਹੁੰਦੇ ਡਰ ਕੇ ਭੱਜੋ ਪਰ ਐਸੇ ਬੰਦਿਆਂ ਤੋਂ ਜਿਹੜੇ ਜ਼ਹਿਰ ਹੁੰਦੇ ਜਿਹੜੇ ਖਾਰ ਹੁੰਦੇ। ਇੱਕ ਹੋਰ ਸ਼ਬਦ ਹੈ ਨਹੀਂ ਸੀਤਲ ਹੈ ਚੰਦਰਮਾ ਹਿਮ ਨਹੀਂ ਸੀਤਲ ਹੋਏ ਕਬੀਰ ਸੀਤਲ ਸੰਤ ਜਨ ਨਾਮ ਸਨੇਹੀ ਸੋਏ ਸੀਤਲ ਪਹਾੜ ਵੀ ਸੀਤਲ ਨਹੀਂ ਹੁੰਦੇ ਤੇ ਨਾ ਹੀ ਮਤਲਬ ਹੈ ਕੋਈ ਵੀ ਚੀਜ਼ ਨਹੀਂ ਸੀਤਲ ਹੁੰਦੀ ਸੀਤਲ ਸੰਤ ਜਨ ਹੀ ਹੁੰਦੇ ਹਨ ਜੋ ਨਾਮ ਦਾਨ ਦਾ ਸੁਨੇਹਾ ਲੈ ਕੇ ਧੁਰਤਾਮ ਤੋਂ ਆਉਂਦੇ ਹਨ ਆਪ ਵੀ ਨਾਮ ਜਪਦੇ ਹਨ ਤੇ ਸੇਵਕਾਂ ਨੂੰ ਵੀ ਨਾਮ ਜਪਾ ਕੇ ਸੱਚਖੰਡ ਦਾ ਵਾਸੀ ਬਣਾ ਦਿੰਦੇ ਹਨ ਸੋ ਸੰਤ ਜਨ ਹੀ ਸੀਤਲ ਹੁੰਦੇ ਹਨ ਕਬੀਰ ਸਾਹਿਬ ਦੇ ਕਹਿਣ ਮੁਤਾਬਕ। ਕਈ ਮਨ ਤਾਰੇ ਤਰ ਤਰ ਹਾਰੇ ਕੋਈ ਕਿਨਾਰੇ ਚੜਿਆ ਹੋ ਸਹੀ ਸਲਾਮਤ ਪਾਰ ਗਏ ਜਿਨ ਮੁਰਸ਼ਦ ਦਾ ਲੜ ਪੜਿਆ ਇਹ ਤਨ ਮੇਰਾ ਚਸ਼ਮਾ ਹੋਵੇ ਮੈਂ ਦੇਖ ਦੇਖ ਨਾ ਰੱਜਾ ਹੂੰ ਲੂ ਲੂ ਦੇ ਵਿੱਚ ਲੱਖ ਲੱਖ ਚਸ਼ਮੇ ਇੱਕ ਖੋਲਾ ਇੱਕ ਕੱਜਾ ਹੂੰ ਇਤਨਿਆਂ ਡਿੱਠਿਆਂ ਵੀ ਮੈਨੂੰ ਸਬਰ ਨਾ ਆਵੇ ਫਿਰ ਹੋਰ ਕਿਸੇ ਵੱਲ ਭੱਜਾ ਹੂੰ ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹਜ਼ਾਰ ਦੁੱਖ ਸੁੱਖ ਆਉਣੇ ਜਾਣੇ
ਲੱਖ ਮਰਦਾਨਿਆਂ ਤਰਬਾਂ ਤੇ ਕੋਟਿਆਂ ਨੂੰ ਰੱਖ ਮਰਦਾਨੇ ਦੁੱਖ ਸੁਖ ਆਉਣੇ ਜਾਣੇ ਲੱਖ ਮਰਦਾਨਿਆਂ ਤਰਬਾਂ ਤੇ ਕੋਟਿਆਂ ਨੂੰ ਰੱਖ ਮਰਦਾਨੇ ਤਾਰਾਂ ਉੱਤੇ ਕੋਟਿਆਂ ਨੂੰ ਰੱਖ ਮਰਦਾਨੇ ਦੁਨੀਆ 'ਚ ਦੇਖ ਕਿੰਨਾ ਫੈਲਿਆ ਹਨੇਰ ਹੈ ਤੇਰੇ ਸੁਰਾਂ ਨਾਲ ਹੀ ਤਾਂ ਚੜ੍ਹਨੀ ਸਵੇਰ ਹੈ ਨੂਰ ਨੂੰ ਤੂੰ ਕਰ ਪਰਤਖ ਮਰਦਾਨਿਆਂ ਤਰਬਾਂ ਤੇ ਕੋਟਿਆਂ ਨੂੰ ਰੱਖ ਮਰਦਾਨੇ ਪੈਰਾਂ 'ਚ ਸਫ਼ਰ ਤਾਂ ਕਹਾਣੀ ਬਣ ਜਾਂਦੀ ਹੈ ਬੋਲ ਜੋ ਉਚਾਰੇ ਬਾਬਾ ਬਾਣੀ ਬਣ ਜਾਂਦੀ ਹੈ ਪੈਰਾਂ 'ਚ ਸਫ਼ਰ ਤਾਂ ਕਹਾਣੀ ਬਣ ਜਾਂਦੀ ਹੈ ਬੋਲ ਜੋ ਉਚਾਰੇ ਬਾਬਾ ਬਾਣੀ ਬਣ ਜਾਂਦੀ ਹੈ ਸੁੱਤਿਆਂ ਦੀ ਖੁੱਲ੍ਹ ਜਾਂਦੀ ਅੱਖ ਮਰਦਾਨਿਆਂ ਤਾਰਾਂ ਉੱਤੇ ਕੋਟਿਆਂ ਨੂੰ ਰੱਖ ਮਰਦਾਨੇ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਇਨਸਾਨੀਅਤ ਦਾ ਮੁੱਕ ਜਾਣਾ ਵੀ ਮੌਤ ਹੁੰਦਾ ਹੈ ਬਹੁਤ ਅੱਛਾ ਸੁਪਨਿਆਂ ਦਾ ਢਹਿ ਢੇਰੀ ਹੋ ਜਾਣਾ ਸੁਪਨਿਆਂ ਦਾ ਢਹਿ ਢੇਰੀ ਹੋ ਜਾਣਾ ਮੁੜ ਸੁਪਨਿਆਂ ਦੀ ਤਾਂਘ ਨਾ ਰਹਿਣਾ ਸਾਵਨ ਦੇ ਵਿੱਚ ਮਨ ਦੇ ਬੂਟੇ ਦਾ ਸੁੱਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਜ਼ਮੀਰ ਦਾ ਸਮਝੌਤਾ ਕਰ ਜਾਣਾ ਜ਼ਮੀਰ ਦਾ ਸਮਝੌਤਾ ਕਰ ਜਾਣਾ ਅੱਖਾਂ ਦੇ ਵਿੱਚੋਂ ਸ਼ਰਮ ਮਰ ਜਾਣਾ ਕਹਿਣ ਵਾਲੀ ਥਾਂ ਤੇ ਸੱਚ ਕਹਿੰਦੇ ਕਹਿੰਦੇ ਰੁਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਬਾਪੂ ਵੱਲੋਂ ਇੱਜ਼ਤ ਨਾਲ ਚਿਣੀਆਂ ਕੰਧਾਂ ਦਾ ਖਰ ਜਾਣਾ ਬਾਪੂ ਵੱਲੋਂ ਇੱਜ਼ਤ ਦੇ ਨਾਲ ਚਿਣੀਆਂ ਕੰਧਾਂ ਦਾ ਖਰ ਜਾਣਾ ਮਾਂ ਵਰਗੀ ਜ਼ਮੀਨ ਨੂੰ ਗਹਿਣੇ ਧਰ ਜਾਣਾ ਹੱਥੀਂ ਬੀਜ ਵੱਟ ਕੇ ਕਮਾਈ ਦਾ ਹਿੱਸਾ ਵਿਆਜ ਦੇ ਵਿੱਚ ਰੁਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਇਨਸਾਨੀਅਤ ਦਾ ਮੁੱਕ ਜਾਣਾ ਵੀ ਮੌਤ ਹੁੰਦਾ ਹੈ ਚੰਦ ਪੈਸਿਆਂ ਪਿੱਛੇ ਈਮਾਨ ਵੇਚਣਾ ਇੱਕ ਅਫਸਰ ਦਾ ਕੰਮ ਆਏ ਦਿਹਾੜੀਦਾਰ ਦੀ ਜੇਬ ਵੱਲ ਵੇਖਣਾ ਵੱਡੀ ਖੋਰੀ ਦਾ ਟੁੱਕ ਘਰ ਲੈ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਭੁੱਖੇ ਢਿੱਡ ਬੈਠਿਆਂ ਬੱਚਿਆਂ ਦੀ ਭੁੱਖ ਨਾ ਮਿਟਾ ਪਾਉਣਾ ਭੁੱਖੇ ਢਿੱਡ ਬੈਠੇ ਬੱਚਿਆਂ ਦੀ ਭੁੱਖ ਨਾ ਮਿਟਾ ਪਾਉਣਾ ਚੌਂਕ ਵਿੱਚ ਖੜ ਦਿਹਾੜੀ ਦੀ ਆਸ ਨਾਲ ਹਰ ਇੱਕ ਵੱਲ ਤੱਕਦੇ ਮਜ਼ਦੂਰ ਵੱਲੋਂ ਖਾਲੀ ਹੱਥ ਘਰ ਆਉਣਾ ਤੇ ਭੜੋਲੀ ਦੇ ਵਿੱਚੋਂ ਆਟੇ ਦਾ ਮੁੱਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਇਨਸਾਨੀਅਤ ਦਾ ਮਰ ਜਾਣਾ ਵੀ ਮੌਤ ਹੁੰਦਾ ਹੈ ਜਦੋਂ ਸਿਰ ਦਾ ਸਾਈਂ ਕਹਾਉਣ ਵਾਲਾ ਛੱਡ ਜਾਵੇ ਜਦੋਂ ਸਿਰ ਦਾ ਸਾਈਂ ਕਹਾਉਣ ਵਾਲਾ ਛੱਡ ਜਾਵੇ ਪਹਾੜ ਜਿੱਡੀ ਉਮਰ ਵੱਡ ਵੱਡ ਖਾਵੇ ਭੁੱਖ ਨਾਲ ਬਿਲਕਦੇ ਬੱਚਿਆਂ ਨੂੰ ਨਾ ਦੇਖ ਸਕਣਾ ਭੁੱਖ ਨਾਲ ਬਿਲਕਦੇ ਬੱਚਿਆਂ ਨੂੰ ਨਾ ਦੇਖ ਸਕਣਾ ਫਿਰ ਘਰ ਦੀ ਦਹਿਲੀਜ਼ ਤੋਂ ਪਾਰ ਕਦਮ ਚੁੱਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਮੁੱਕ ਜਾਣਾ ਹੀ ਮੌਤ ਨਹੀਂ ਹੁੰਦਾ ਇਨਸਾਨੀਅਤ ਦਾ ਮੁੱਕ ਜਾਣਾ ਵੀ ਮੌਤ ਹੁੰਦਾ ਹੈ ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦਾ ਇਨਸਾਨੀਅਤ ਦਾ ਮੁੱਕ ਜਾਣਾ ਵੀ ਮੌਤ ਹੈ ਧੰਨਵਾਦ ਲਈ ਜੋ ਪਿਆਰ ਦਾ ਇਜ਼ਹਾਰ ਕਰਦੇ ਨੇ ਅਜਿਹੇ ਲੋਕ ਅਕਸਰ ਪਿੱਠ ਉੱਤੇ ਵਾਰ ਕਰਦੇ ਨੇ ਔਰ ਸ਼ੇਰ ਹੈ ਕਿ ਸਿਤਮ ਹੁੰਦੇ ਜ਼ਈਫਾਂ ਤੇ ਜਦੋਂ ਵੀ ਵੇਖਦਾ ਹਾਂ ਮੈਂ ਭਾਈ ਸਾਹਿਬ ਸਿਤਮ ਹੁੰਦੇ ਜ਼ਈਫਾਂ ਤੇ ਜਦੋਂ ਵੀ ਵੇਖਦਾ ਹਾਂ ਮੈਂ ਇਹ ਮੇਰੇ ਦਿਲ ਦੇ ਅੰਦਰ ਦਰਦ ਦੀ
भरमार करते हैं। और आ शेर ये बतौर खास समूचे प्रधानगी मंडल बुੱਟ साहब, वतीरा शाह तिराना है समय दे हुक्मराना, वतीरा शाह तिराना है समय दे हुक्मराना दा, निरे अजगर ने ए परहोण तो इनकार। वतीरा शाह तिराना है समय दे हुक्मराना दा, निरे अजगर ने ए परहोण तो इनकार करते ने। और कदे सच्चे सिपाही मुल्क दा सौदा नहीं करते, कदे सच्चे सिपाही मुल्क दा सौदा नहीं करते, अजिहा कारनामा मुल्क दे गद्दार। मित्तल साहब ਹੁਲਾਰਾ ਜਿਹਾ ਦਿੱਤਾ ਕਿ ਬਾਬਾ ਜੀ ਆਪਾਂ ਕਿਤਾਬ ਛਪਾਉਣੀ ਆ, ਜਿੱਥੇ ਕਹਿੰਦੇ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਹੁੰਦੇ ਨੇ। ਪਰ ਉਸ ਇਨਸਾਨ ਨੇ ਜਦੋਂ ਸਾਡੇ ਤੇ ਵਕਤ ਪਿਆ ਸੀ, ਅਸੀਂ ਕੈਂਸਰ ਦੇ ਮਰੀਜ਼ ਬਣੇ ਸੀ, ਸਭ ਤੋਂ ਵੱਧ ਸੇਵਾ ਸਾਡੀ ਅਮਨਦੀਪ ਦਰਦੀ ਨੇ ਕੀਤੀ ਹੈ, ਤਾਂ ਉਹਦੀਆਂ ਇੰਨੀਆਂ ਗਲਤੀਆਂ ਅਸੀਂ ਅੱਜ ਬਰਦਾਸ਼ਤ ਕਰ ਰਹੇ ਸੀ। ਤੋ ਕਿਉਂਕਿ ਅਸੀਂ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਾਂਗੇ। ਦੂਜਾ ਯੋਗਦਾਨ ਇਸ ਕਿਤਾਬ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਪੁੱਤਰ ਸੁਰਿੰਦਰ ਚੌਹਾਨ ਦਾ ਹੈ, ਜਿਨ੍ਹਾਂ ਨੇ ਸਾਡੀ ਕਿਤਾਬ ਹੀ ਨਹੀਂ, ਸਾਨੂੰ ਲੱਗਦਾ ਜਿੰਨੇ ਵੀ ਕਵੀ ਅੱਜ ਕੱਲ੍ਹ ਕਿਤਾਬਾਂ ਛਪਵਾ ਰਹੇ ਨੇ ਉਹ ਸਾਰਿਆਂ ਦੀਆਂ ਕਿਤਾਬਾਂ ਛਾਪ ਰਹੇ ਨੇ ਬੜੇ ਪ੍ਰੇਮ ਨਾਲ। ਇਹ ਟਾਈਟਲ, ਇਹ ਨਾਂ, ਇਹ ਸਾਰਾ ਕੁਝ ਉਹ ਸੁਰਿੰਦਰ ਚੌਹਾਨ ਦੀ ਦੇਣ ਹੈ। ਸੋ ਇਹ ਸਾਡੀਆਂ ਦੁਆਵਾਂ ਦਾ ਪਾਤਰ ਹੈ। ਤੁਸੀਂ ਸਾਰੇ ਸਾਡੀ ਲਈ ਵਧਾਈ ਦਾ ਪਾਤਰ ਹੋ ਕਿ ਸਾਡੇ ਲਈ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਦੇਖੋ, ਅਸੀਂ ਜੇ ਇੱਕ ਵੀ ਕਵੀ ਦੀ ਰਚਨਾ ਨਾ ਸੁਣਦੇ ਤਾਂ ਉਹਨਾਂ ਦੇ ਦਿਲ ਨੂੰ ਠੇਸ ਪਹੁੰਚਣੀ ਸੀ। ਸਾਡੇ ਬਹੁਤ ਪਿਆਰੇ, ਪਤਾ ਨਹੀਂ ਕਿੱਥੋਂ ਕਿੱਥੋਂ, ਕਿੱਥੇ ਮਲੋਟ, ਕਿੱਥੇ ਦੇਖੋ ਮਾਨਸਾ ਲੁਧਿਆਣਾ ਤਾਂ ਨੇੜੇ ਹੀ ਆ ਹੈ, ਉਹ ਫਰੀਦਕੋਟ ਤਾਂ ਉਹ ਵੀ ਸਾਡੇ ਆਪਣੇ, ਕੋਈ ਗੱਲ ਨਹੀਂ। ਅਸੀਂ ਵੀ ਪਹਿਲਾਂ ਭਾਜੀ ਪਾਈ ਹੁੰਦੀ ਹੈ ਤਾਂ ਮੋੜਨਾ ਆਉਂਦਾ, ਅਗਲਾ ਇਹ ਗੱਲ ਨਹੀਂ ਕਹਿ ਸਕਦੇ। ਜਿਹੜੇ ਸਾਡੇ ਲਈ ਆਏ ਅੱਜ ਸਪੈਸ਼ਲ ਤੌਰ 'ਤੇ ਆਏ ਉਹਨਾਂ ਲਈ ਅਸੀਂ ਅਲੱਗ ਮਤਲਬ ਇੱਕ ਮਹਿਸੂਸ ਕਰਦੇ ਹਾਂ। ਪਰ ਬਹੁਤ ਵਧੀਆ ਆਪਣਾ ਪ੍ਰੋਗਰਾਮ ਰਿਹਾ। ਕੋਸ਼ਿਸ਼ ਕਰਾਂਗੇ ਕਿ 2-3 ਮਹੀਨਿਆਂ ਤੋਂ ਬਾਅਦ ਆਪਾਂ ਡਿਵਾਈਡ ਕਰਕੇ, ਕਿਉਂਕਿ ਸਾਡੇ ਕੋਲ ਅੱਜ 60 ਕਵੀਆਂ ਦੀ ਲਿਸਟ ਪਹੁੰਚ ਚੁੱਕੀ ਹੈ ਤੇ ਅਸੀਂ ਉਹਨੂੰ ਇੱਕ ਰੂਪ ਰੇਖਾ 2 ਘੰਟਿਆਂ ਦੇ ਲਈ ਦਿਆ ਕਰਾਂਗੇ। ਤੁਸੀਂ ਅੱਜ ਬਿਨਾਂ ਸੱਦੇ ਤੋਂ ਵੀ ਸਾਡੇ ਬਹੁਤ ਪ੍ਰੇਮੀ ਪਹੁੰਚੇ ਨੇ, ਫੇਸਬੁੱਕ 'ਤੇ ਸਾਡੇ ਨਾਲ ਜੁੜੇ ਹੋਏ ਨੇ। ਸੋ ਸਾਰਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਆਸ਼ੀਰਵਾਦ ਦਿੰਦੇ ਹਾਂ। ਪਰ ਇੱਕੋ ਹੀ ਬੇਨਤੀ ਕਿ ਮਰ ਗਏ, ਭੱਜ ਗਏ, ਠੱਗ ਲਏ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਸੱਚ ਦਾ ਹੋਕਾ ਦਈਏ, ਕਿਉਂਕਿ ਸਾਡੀ ਕਲਮ ਦੇ ਵਿੱਚ ਐਡੀ ਤਾਕਤ ਹੈ, ਐਡੀ ਤਾਕਤ ਆ, ਅਸੀਂ ਦੁਨੀਆ ਨੂੰ ਝੁਕਾ ਸਕਦੇ ਹਾਂ। ਇਹ ਸਾਡੀ ਕਲਮ ਦੇ ਵਿੱਚ ਤਾਕਤ ਆ। ਸੋ ਸੱਚ ਦੇ ਨਾਲ ਜੁੜਨਾ ਕਰੀਏ, ਜੋ ਅਸੀਂ ਹੈਗੇ ਆ ਉਹ ਅਸੀਂ ਬੋਲੀਏ ਤੇ ਉਹੋ ਜਿਹਾ ਜੀਵਨ ਅਸੀਂ ਆਪਣਾ ਬਣਾਈਏ। ਅਸੀਂ ਦੁਨੀਆ ਲਈ ਇੱਕ ਚਾਨਣ ਮਨਾਰਾ ਬਣੀਏ। ਪਰਮਿੰਦਰ ਨੇ ਗੀਤ ਗਾਇਆ, ਸਾਨੂੰ ਪਤਾ ਉਹਨੇ ਕਿਹਦੇ ਲਈ ਗਾਇਆ, ਸਾਨੂੰ ਇਹ ਵੀ ਪਤਾ, ਸਾਰਾ ਕੁਝ ਪਤਾ ਹੈ। ਪਰ ਨਹੀਂ, ਇਹ ਜ਼ਰੂਰੀ ਨਹੀਂ ਹੁੰਦਾ। ਅਸੀਂ ਕੁਝ ਸੋਚ ਕੇ ਨਹੀਂ ਬੈਠਦੇ ਕਿ ਅਸੀਂ ਕੀ ਲਿਖਣਾ। ਅਸੀਂ ਕਦੇ ਸਾਨੂੰ ਕਹਿੰਦੇ ਹਾਂ ਜੀ ਤੁਸੀਂ ਮਾਪ ਤੋਲ, ਕੀ ਪਤਾ ਨਹੀਂ ਤੁਹਾਡੀਆਂ ਕੀ ਹੁੰਦੇ ਵਰਡ, ਸਾਨੂੰ ਕਹਿਣੇ ਵੀ ਨਹੀਂ ਆਉਂਦੇ। ਪਰ ਜੋ ਮਾਲਕ ਸਾਨੂੰ ਦਿਮਾਗ ਦੇ ਵਿੱਚ ਦਿੰਦਾ ਅਸੀਂ ਸਿੱਧੇ ਪੁੱਠੇ ਸਿੱਧੇ ਜਿਵੇਂ ਵੀ ਹੈ ਲਿਖ ਦਿੰਦੇ ਹਾਂ, ਹੈ ਨਾ। ਸੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਕਵਿਤਾ ਇੱਕ ਕਿਤਾਬ 2-3 ਪੰਨਿਆਂ ਦੀ ਲਿਖ ਦਈਏ। 2-4 ਸ਼ਬਦਾਂ ਦੇ ਵਿੱਚ ਵੀ ਅਸੀਂ ਬਹੁਤ ਕੁਝ ਸਮਝਾ ਸਕਦੇ ਹਾਂ। ਸੋ ਸਾਰਿਆਂ ਨੂੰ ਬਹੁਤ ਦੁਆਵਾਂ। ਸਦਾ ਤੁਸੀਂ ਸਾਡੇ ਨਾਲ ਜੁੜੇ ਰਹੋ। ਆਪਣਾ ਪਰਿਵਾਰ ਇੱਦਾਂ ਹੀ ਵੱਧਦਾ ਫੁੱਲਦਾ ਰਹੇ, ਸਾਹਿਤਕ ਪਰਿਵਾਰ, ਜਿੱਥੇ ਲੋਕ ਸਾਹਿਤਕਾਰਾਂ ਤੇ ਕਵੀਆਂ ਤੇ ਕਵਿਤਰੀਆਂ ਤੇ ਦੂਸ਼ਣ ਲਾਉਂਦੇ ਆ, ਅਸੀਂ ਮਾਣ ਮਹਿਸੂਸ ਕਰੀਏ ਕਿ ਜਿੰਨੇ ਮਾਮਗਾ ਡੇਰੇ ਦੇ ਵਿੱਚ ਕਵੀ ਕਵਿਤਰੀ ਆਉਂਦੇ ਆ, ਉਹ ਸਿਰ ਕੱਢ ਕੇ, ਬਾਂਹ ਕੱਢ ਕੇ ਆਪਣੀ ਜ਼ਿੰਦਗੀ ਜਿਉਣ ਵਾਲੇ ਹੋਣ। ਸਮਾਗਮਾਂ ਮੌਕੇ ਗੁਰਦਿਆਲ ਸਿੰਘ ਰੋਸ਼ਨ, ਦਰਸ਼ਨ ਸਿੰਘ ਬੁੱਟਰ, ਸੁਖਮੰਦਰ ਸਿੰਘ ਜੀ ਫੁੱਲ, ਕਰਮ ਸਿੰਘ ਜੀ ਜ਼ਖਮੀ, ਡਾਕਟਰ ਗੁਰਚਰਨ ਕੌਰ ਕੋਚਰ, ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ, ਵਾਤਾਵਰਨ ਪ੍ਰੇਮੀ, ਡਾਕਟਰ ਦਵਿੰਦਰ ਸੈਫੀ, ਡਾਕਟਰ ਮੁਹੰਮਦ ਰਫੀ, ਪਵਨ ਹਰਚੰਦਪੁਰੀ ਉਚੇਚੇ ਤੌਰ 'ਤੇ ਪੁੱਜੇ, ਜਿਨ੍ਹਾਂ ਦਾ ਮਹੰਤ ਹਰਪਾਲ ਦਾਸ ਜੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਡੇਰਾ ਇਮਾਮਗੜ੍ਹ ਸਮਾਧਾਂ ਵਿਖੇ ਜੋ ਇਹ ਪ੍ਰੋਗਰਾਮ ਚੱਲਿਆ, ਇਹ ਵਰਸੀ ਸ਼ੰਕਰਾਨੰਦ ਜੀ ਦੀ। ਸ਼ੰਕਰਾਨੰਦ ਜੀ ਨੇ ਜੋ ਤਪੱਸਿਆ ਕੀਤੀ ਹੈ, ਇੱਕ ਗਲਾਸ ਦੇ ਵਿੱਚ ਇੱਕ ਜੌਂ ਸਿੱਟ ਕੇ ਤਾਂ 8 ਸਾਲ ਤਪੱਸਿਆ ਕੀਤੀ ਹੈ ਇਸ ਬੋਰਡ ਦੇ ਥੱਲੇ ਔਰ ਇਸ ਕੁਟੀਆ ਦੇ ਵਿੱਚ 8 ਸਾਲ ਤਪੱਸਿਆ ਕੀਤੀ। ਤਾਂ ਉਹ ਜਗ੍ਹਾ ਦੇ ਵਿੱਚ ਅੱਜ ਇਹ ਕਵੀ ਦਰਬਾਰ ਲਵਾਇਆ ਸੰਤ ਹਰਪਾਲ ਦਾਸ ਜੀ ਨੇ। ਇਹ ਮੈਨੂੰ ਬਹੁਤ ਵਧੀਆ ਲੱਗਿਆ। ਬਾਹਰੋਂ ਜਿੰਨੇ ਵੀ ਕਵੀ ਆਏ ਵਧੀਆ ਉਹਨਾਂ ਨੇ ਆਪੋ ਆਪਦੇ ਵਿਚਾਰ ਸੁਣਾਏ ਤੇ ਮੇਰੀ ਆਤਮਾ ਵੀ ਖੁਸ਼ ਹੋ ਗਈ, ਮਨ ਵੀ ਖੁਸ਼ ਹੋ ਗਿਆ ਤੇ ਦਿਲ ਵੀ ਖੁਸ਼ ਹੋ ਗਿਆ। ਧੰਨਵਾਦ। ਅੱਜ ਜੀ ਡੇਰਾ ਇਮਾਮਗੜ੍ਹ ਸਮਾਧਾਂ ਵਿਖੇ, ਪਿੰਡ ਇਮਾਮਗੜ੍ਹ ਡੇਰਾ ਸਮਾਧਾਂ ਵਿਖੇ ਮਹੰਤ ਹਰਪਾਲ ਦਾਸ ਜੀ ਦੀ ਯੋਗ ਅਗਵਾਈ ਹੇਠ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਜੀ ਦੇ ਜੋ ਸਾਲਾਨਾ ਵਰਸੀ ਹਰ ਸਾਲ ਮਨਾਈ ਜਾਂਦੀ ਹੈ ਡੇਰਾ ਇਮਾਮਗੜ੍ਹ ਵਿਖੇ ਮਹੰਤ ਹਰਪਾਲ ਦਾਸ ਦੀ ਅਗਵਾਈ ਵਿੱਚ, ਉਸ ਦੇ ਸੰਬੰਧ ਵਿੱਚ ਹਰ ਸਾਲ ਹੀ ਕਵੀ ਦਰਬਾਰ ਕਰਵਾਇਆ ਜਾਂਦਾ। ਪਿਛਲੇ 2 ਸਾਲਾਂ ਤੋਂ ਕਰੋਨਾ ਆਉਣ ਦੇ ਕਾਰਨ ਇਹ ਪ੍ਰੋਗਰਾਮ ਨਹੀਂ ਹੋ ਸਕਿਆ। ਇਸ ਵਾਰ ਬਹੁਤ ਵੱਡੀ ਪੱਧਰ ਤੇ ਮਨਾਇਆ ਗਿਆ, ਜਿਸ ਦੇ ਵਿੱਚ ਪੂਰੇ ਪੰਜਾਬ ਦੇ ਚੋਟੀ ਦੇ ਸਾਹਿਤਕਾਰ ਤੇ ਕਵੀ ਸਾਹਿਬਾਨ ਇੱਥੇ ਪਹੁੰਚੇ ਨੇ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਨੇ। ਸਮਾਜ ਪ੍ਰਤੀ ਜਿਵੇਂ ਕਹਿ ਦਈਏ ਵੀ ਬੁਰਾਈਆਂ ਪ੍ਰਤੀ ਜਾਗਰੂਕ ਕਰਨਾ, ਨਾਲ ਦੀ ਨਾਲ ਸਮਾਜ ਨੂੰ ਚੰਗੀ ਸੇਧ ਦੇਣੀ, ਵਾਤਾਵਰਨ ਪ੍ਰਤੀ ਆਪੋ ਆਪਣੇ ਵਿਚਾਰ ਦਿੱਤੇ, ਜੋ ਬਹੁਤ ਚੰਗੀ ਗੱਲ ਹੈ। ਕਿਉਂਕਿ ਜੇਕਰ ਇੱਦਾਂ ਦੇ ਬੁੱਧੀਜੀਵੀ ਵਰਗ ਦੇ ਵਿੱਚੋਂ ਆ ਕੇ, ਇੱਦਾਂ ਸਾਹਿਤਕਾਰ ਆ ਕੇ, ਇੱਦਾਂ ਮੰਡਲੀਆਂ ਲਾ ਕੇ ਆਪਣੇ ਵਿਚਾਰ ਪੇਸ਼ ਕਰਨਗੇ ਤਾਂ ਆਉਣ ਵਾਲੀ ਜਿਹੜੀ ਸਮਾਜ ਨੂੰ ਸੇਧ ਹੈ ਉਹ ਬਹੁਤ ਚੰਗੀ ਹੋਵੇਗੀ, ਜੇਕਰ ਆਪਾਂ ਇਹਨਾਂ ਨੂੰ ਫੋਲੋ ਕਰਾਂਗੇ ਤਾਂ। ਤੇ ਇਹ ਪ੍ਰੋਗਰਾਮ ਹੈ ਜੋ ਹਰ ਸਾਲ ਬਾਬਾ ਜੀ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ। ਤੇ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਇੰਦਰਜੀਤ ਸਿੰਘ ਜੀ ਮੁੰਡੇ ਤੇ ਪਹੁੰਚੇ ਨੇ, ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਆਪਣੀਆਂ ਸੇਵਾਵਾਂ ਦੇ ਕੇ ਗਏ ਨੇ। ਬਹੁਤ ਬਹੁਤ ਧੰਨਵਾਦ ਜੀ। ਹਰ ਸਾਲ ਇੱਕ ਮਹਾਨ ਸ਼ਖਸੀਅਤ ਨੂੰ ਸਨਮਾਨਿਤ ਵੀ ਕਰਾਂਗੇ ਅਸਥਾਨ ਦੇ ਵੱਲੋਂ। ਤੇ ਅੱਜ ਦਾ ਪ੍ਰੋਗਰਾਮ ਜਿੰਨਾ ਕੁ ਕਹਿ ਲਈਏ ਉਹਨਾਂ ਕੁ ਸਫਲ ਸੀ, ਕਿਉਂਕਿ ਸਾਡੇ ਫੇਸਬੁੱਕ ਪ੍ਰੇਮੀ, ਸਾਡੇ ਕਵੀ ਪ੍ਰੇਮੀ, ਸਾਡੇ ਕਵਿਤਰੀਆਂ ਸਾਡੇ ਰਿਸਪੈਕਟ ਕਰਦੇ, ਇੱਜ਼ਤ ਕਰਦੇ ਹੋਏ ਸਾਡੇ ਅਸਥਾਨ ਤੇ ਪਹੁੰਚੇ ਨੇ। ਸੋ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਖੁਸ਼ੀਆਂ ਭਰਿਆ ਮਾਹੌਲ ਸੀਗਾ। ਕਿਤਾਬ ਹਰਫਾਂ ਦਾ ਨੂਰ, ਸਾਡੇ ਜੋ ਵੀ ਸਾਡੇ ਦਿਲ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਸੀ, ਜੋ ਸ਼ਬਦ ਸਾਨੂੰ ਪਰਮਾਤਮਾ ਵੱਲੋਂ ਆਉਂਦੇ ਸੀ, ਉਹਨਾਂ ਨੂੰ ਅਸੀਂ ਕਾਵਿ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਉਹ ਕਿਤਾਬ ਦੀ ਅੱਜ ਲੋਕ ਅਰਪਣ ਸੀਗਾ। ਸਾਡੇ ਬਹੁਤ ਪ੍ਰੇਮੀ ਸਾਡੇ ਇਸ ਉਹਦੇ ਵਿੱਚ ਪਹੁੰਚੇ ਸੀਗੇ। ਸਾਰਿਆਂ ਦਾ ਅਸੀਂ ਸਾਡੀਆਂ ਸਰਕਾਰਾਂ ਦੀਆਂ ਦੇਣਾ ਨੇ। ਸਾਡੇ ਲੋਕ ਜਦੋਂ ਤੱਕ ਜਾਗਰੂਕ ਨਹੀਂ ਹੋਣਗੇ ਤਾਂ ਸਾਡੇ ਲੋਕ ਨਸ਼ਿਆਂ ਵਿੱਚੋਂ ਨਹੀਂ ਨਿਕਲ ਸਕਦੇ, ਕਿਉਂਕਿ ਲੀਡਰਾਂ ਦਾ ਕੰਮ ਹੁੰਦਾ, ਬਾਬਿਆਂ ਦਾ ਕੰਮ ਹੈ ਆਪਣੇ ਮਗਰ ਲਾਉਣਾ। ਠੀਕ ਹੈ, ਅਸੀਂ ਝੂਠ ਨਹੀਂ ਬੋਲਦੇ, ਅਸੀਂ ਜੋ ਵੀ ਬੋਲਾਂਗੇ ਸੱਚ ਬੋਲਦੇ ਹਾਂ, ਕਿਉਂਕਿ ਮਤਲਬ ਲੋਕਾਂ ਨੂੰ ਮਗਰ ਲਾਉਣ ਲਈ ਹਰ ਹੱਥ ਕੰਡਾ ਵਰਤਿਆ ਜਾਂਦਾ ਹੈ। ਸਾਡੀ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਹਰ ਹੱਥ ਕੰਡਾ ਵਰਤਿਆ ਜਾਂਦਾ ਹੈ। ਈਵਨ 1984 ਦੇ ਦੰਗਿਆਂ ਤੋਂ ਲੈ ਕੇ ਅੱਜ ਤੱਕ ਸਾਡੀ ਨੌਜਵਾਨੀ ਨੂੰ ਖਤਮ ਕਰਨ ਦਾ ਹੀ ਮੁੱਦਾ ਬਣਿਆ ਰਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕ ਜਾਗਰੂਕ ਹੋਣ, ਜਾਗਰੂਕ ਹੋ ਕੇ ਸਾਡੇ ਬੱਚੇ ਆ ਜਿਹੜੇ ਉਹਨਾਂ ਨੂੰ ਬਚਾ ਲੈਣ। ਸਾਨੂੰ ਕੋਸ਼ਿਸ਼ ਕਰਨ ਆਪਣੇ ਵੱਡਿਆਂ ਦੇ ਚਲਾਏ ਰੋਹ ਰੀਤਾਂ ਤੇ ਚੱਲਣ, ਫੇਰ ਹੀ ਉਹ ਮਤਲਬ ਕਾਮਯਾਬ ਹੋ ਸਕਦੇ ਨੇ। ਜੇ ਉਹ ਲੀਡਰਾਂ ਦੇ ਮਗਰ ਜਾਂ ਕਿਸੇ ਹੋਰ ਦੇ ਮਗਰ ਲੱਗਦੇ ਰਹਿਣਗੇ ਤਾਂ ਉਹ ਤਬਾਹ ਹੁੰਦੇ ਰਹਿਣਗੇ।